ਉਹ ਖੋਤਿਆ ਤੂੰ ਪੰਜਾਬੀ ਵਾਲਾ ਖੋਤਾ ਜੇ ਤੈਨੂੰ ਖੋਤੇ ਦਾ ਫਰਕ ਸਮਝ ਆਇਆ? ਸਮਝ ਆਇਆ। ਤੁਸੀਂ ਖੋਤੇ ਨੂੰ ਇੰਟਰੋਡਿਊਸ ਵੀ ਕੀਤਾ ਸੀ 2007 ਚ। ਆਹੋ ਖੋਤੇ ਨੂੰ ਲੈ ਕੇ ਫਿਰਦੇ ਵੀ ਸੋ। ਆਹੋ ਮੈਂ ਵੀ ਫਿਰਦਾ ਸੀ। ਮੈਂ ਖੋਤੇ ਆਇਆ ਆ ਮੋੜ ਮਹਾਰਵੇ ਤੇਰੇ ਖੋਤੇ ਦੇ ਗੱਲ ਵਿੱਚ ਹਾਰ ਵੇ। ਫਿਰ ਖੋਤੇ ਨੂੰ ਤੁਸੀਂ ਜ਼ਫਰੀ ਰੋਡ ਤੇ ਆਫਿਸ ਹੀ ਖੋਲ ਕੇ ਦਿੱਤਾ ਸੀ। ਗੱਲ ਸੁਣ ਆਪਣੀ ਵਾਰੀ ਆਈ ਹਾਏ ਹਾਏ ਮਾਮਾ ਮੁਝੇ ਮਾਰਤਾ ਹੈ। ਇਮਰਾਨ ਖਾਨ ਦੀ ਅੰਮੀ ਦੀ ਤਸਵੀਰ ਦੇਖਣਾ ਇਹ ਜਿਹੜੀ ਆ ਲੱਗੀ ਹੈ ਇਮਰਾਨ ਖਾਨ ਮੰਗ ਰਹੀ ਹੈ ਬਿਲਕੁਲ। ਇਤਨੀ ਸ਼ੌਕਤ ਖਾਨਦਾਨ ਚ ਲਾ ਦਿਓ ਦੂਜੀ ਅੰਮੀ ਆ ਗਿਆ ਬਈ ਆ ਗਿਆ ਸਾਰੀ ਉਮਰ ਜਿਹੜਾ ਕਮਾਜ ਚ ਹੱਕਦਾ ਰਿਹਾ ਜੇ ਮਾਂ ਪਾਥੀਆਂ ਲਾਉਂਦੀ ਰਹੀ ਹੈ ਤੇ ਉਹਦੇ ਬੱਚੇ ਵੀ ਕਹਿੰਦੇ ਨੇ ਉਹਨਾਂ ਨੂੰ ਪਾਪਾ ਮਾਮਾ ਕਿਉਂ ਨਹੀਂ ਬਿੱਲੋ ਠੀਕ ਏ ਪੱਥਰ ਤੇ ਲੀਕੇ ਅੱਜ ਮੇਰੇ ਮਾਹੀ ਦੇ ਆਣੇ ਦੀ ਅੜੀਕ ਕਿਉਂ ਨਹੀਂ ਬਿੱਲੋ ਠੀਕ ਏ ਪੱਥਰ ਤੇ ਲੀਕੇ। अस्सलाम वालेकुम एंड वेरी वार्म वेलकम टू अदर पॉडकास्ट ऑफ यूथ वेव। मेरा नाम है अदील आसिफ ਤੇ ਅੱਜ ਸਾਡੇ ਨਾਲ 83 ਸਾਲਾ ਨੌਜਵਾਨ ਕਿਸੇ ਤਾਰਫ ਦੇ ਮੁਹਤਾਜ ਨਹੀਂ ਪਹਿਲਾ ਸਾਡਾ ਪੰਜਾਬੀ ਪੋਡਕਾਸਟ ਐਡਮਿਰਲ ਜਨਰਲ ਜਵੇਦ ਇਕਬਾਲ ਸਾਹਿਬ ਮੌਜੂਦ ਨੇ। ਰੈਡੀਓ ਸਰ ਪੰਜਾਬੀ ਚ ਗੱਲ ਕਰਾਂਗੇ। ਆ ਗਿਆ ਬਈ ਆ ਗਿਆ ਅੱਜ ਬਈ ਯਾਰ ਖਾੜੇ ਚ ਆ ਗਿਆ ਬਈ। ਇਹ ਦੇਖੋ ਬਈ ਇਹ ਮੇਰੇ ਨਾਲ ਅੱਜ ਘੋਲ ਕਰ ਰਿਹਾ ਜੇ ਤੇ ਮੈਂ ਤੁਹਾਨੂੰ ਦੱਸਾਂ ਮੈਂ ਐਸਾ ਇਹਨੂੰ ਦਾ ਮਾਰਨਾ ਕਿ ਇਹਨੂੰ ਮੈਂ ਉਲਟਾ ਕੇ ਸੁੱਟਣਾ ਜੇ। ਅੱਜ ਫਿਰ ਹੋਏਗੀ ਪੰਜਾਬੀ ਚ ਗੱਲ। ਅੱਜ ਹੋਏਗੀ ਨਾ ਪੰਜਾਬੀ ਓਏ ਮਾਂ ਬੋਲੀ ਉਹ ਮੈਂ ਤੇ ਬੜੇ ਜਰਨੈਲਾਂ ਨਾਲ ਏਅਰ ਮਾਰਸ਼ਲਾਂ ਨਾਲ ਬਿਊਰੋਕਰੇਟ ਨਾਲ ਜੱਜਾਂ ਨਾਲ ਪੰਜਾਬੀਆਂ ਨਾਲ ਬਹਿੰਦਾ ਹੈ ਤੇ ਉਹ ਜਿਹੜੇ ਪੰਜਾਬੀ ਬੋਲੋ ਤੇ ਉਹ ਕਹਿੰਦੇ ਨੇ ਗਰੀਬ ਹੈਗਾ ਅਨਪੜ੍ਹ ਹੈ। ਨਹੀਂ ਆਪਕੋ ਉਰਦੂ ਅੰਗਰੇਜ਼ੀ ਤੋਂ ਆਤੀ ਹੈ ਨਾ? ਮੈਂ ਕਿਹਾ ਆਓ ਆਉਂਦੀ ਹੈ ਤੇ ਮੈਂ ਕਿਹਾ ਉਹ ਕਹਿੰਦਾ ਜੇ ਉਹ ਮੈਂ ਕਿਹਾ ਉਹ ਹਲਾਲ ਦਿਓ ਉਹ ਤੁਹਾਨੂੰ ਨਹੀਂ ਆਉਂਦੀ? ਅਗੇ ਆਉਂਦੀ ਹੈ ਪਰ ਇਹ ਤਾਂ ਪੰਜਾਬੀ ਹੋ। ਮੈਂ ਕਿਹਾ ਤਾਂ ਤੁਸੀਂ ਜਿਹੜੇ ਉੱਪਰੋਂ ਅਰਸ਼ੇ ਮੱਲਾ ਤੋਂ ਉਤਰੇ ਹੋਏ ਹੋ ਉਹ ਆਖੇ ਮੈਨੂੰ ਦੱਸ ਕਿ ਉਹ ਜਿਹੜਾ ਜੇ ਕਿ ਰਾਤ ਦੀ ਕੋੜ ਕਿਰਲੀ ਸ਼ਤੀਰਾਂ ਨੂੰ ਜੱਫੇ ਇਹ ਸਾਡੇ ਪੰਜਾਬੀਆਂ ਦਾ ਹਾਲ ਹੈ ਕਿ ਅਗਰ ਕੋਟ ਟਾਈ ਬਣ ਰਹੀ ਅੰਗਰੇਜ਼ੀ ਬੋਲਣ ਲੱਗ ਪਈ ਤਾਂ ਮਾਂ ਬੋਲੀ ਭੁੱਲ ਗਏ। ਉਹ ਜਿਹੜਾ ਰਿਕਸ਼ਾ ਵੀ ਚਲਾਉਂਦਾ ਨਾ ਉਹ ਜਿਹੜਾ ਨੂਰਦੀਨ ਹੈ ਨਾ ਉਹ ਸਾਰੀ ਉਮਰ ਜਿਹੜਾ ਉਹ ਕਮਾਜ ਚ ਹੱਕਦਾ ਰਿਹਾ ਜੇ ਤੇ ਸਾਰੀ ਉਮਰ ਉਹਦੀ ਮਾਂ ਪਾਥੀਆਂ ਲਾਉਂਦੀ ਰਹੀ ਹੈ ਤੇ ਉਹਦੇ ਬੱਚੇ ਵੀ ਕਹਿੰਦੇ ਨੇ ਉਹਨਾਂ ਨੂੰ ਪਾਪਾ ਮਾਮਾ ਉਹ ਹਰਾਮ ਦਿਓ ਬੇਬੇ ਕਹੋ ਅੱਬਾ ਕਹੋ। ਉਹ ਜਿਹੜਾ ਜੇ ਆਊਟ ਆਫ ਫੈਸ਼ਨ ਹੋ ਗਿਆ ਜੇ। ਉਹ ਫਿਰ ਐਲਜੀਐਸ ਆਇਆ ਫਿਰ ਐਚਸਨ ਆਇਆ। ਹਾਂਜੀ ਐਚਸਨ ਤੇ ਇਹਨਾਂ ਦਾ ਬਾਪ ਹੈ ਨਾ। ਐਚਸਨ ਮੱਕਾ ਮਦੀਨਾ ਜੇ ਬਿਊਰੋਕਰੇਟ ਦਾ ਜੱਜਾਂ ਦਾ ਵਕੀਲਾਂ ਦਾ ਔਰ ਇਹ ਗੋਲੇ ਦੇ ਜਿਹੜੇ ਹਰਾਮ ਦੇ ਮਰਾਸੀ ਸੀ ਨਾ ਉਹ ਇਹ ਇਲਾਕਾ ਦੇਖੋ। ਹੁਣ ਮੈਂ ਤੁਹਾਨੂੰ ਇਹ ਦੱਸਾਂ ਫਿਰ ਜੇ ਗੱਲ ਸ਼ੁਰੂ ਕੀਤੀ ਤੇ ਇਹ ਵੀ ਦੱਸ ਦਿਓ ਉਰਦੂ ਕਿਉਂ ਖਤਮ ਕੀਤੀ ਗਈ? ਉਰਦੂ ਇੰਟਰੋਡਿਊਸ ਕਿਉਂ ਕੀਤੀ ਗਈ? ਉਰਦੂ ਗੋਲੇ ਨੇ ਖਤਮ। ਤੁਹਾਨੂੰ ਪਤਾ ਉਰਦੂ ਕਹਿੰਦੇ ਇੱਥੇ ਇੰਟਰੋਡਿਊਸ ਕੀਤੀ। ਤੁਹਾਨੂੰ ਪਤਾ ਪਹਿਲੀ ਯੂਨੀਵਰਸਿਟੀ ਕਿਹੜੀ ਸੀ? ਇਹ ਬਲੇ ਸਗੀਰ ਪੰਜਾਬ ਯੂਨੀਵਰਸਿਟੀ। ਓਏ ਨਹੀਂ ਓਏ ਫਿਰ ਤੂੰ ਸਗੀਰ ਤੂੰ ਕਬੀਰ ਤੂੰ ਨਬੀਰ ਤੂੰ ਜੋ ਕੁਛ ਵੀ ਹੈ ਤੂੰ ਜਿਹੜਾ ਜੇ ਭੰਬੀਰੀ ਹੈ ਬਸ ਹੋਰ ਕੁਛ ਨਹੀਂ ਹੈ। ਗੱਲ ਇਹ ਹੈ ਕਿ ਉਰਦੂ ਤੇ ਗੋਲੇ ਨੇ ਇੰਟਰੋਡਿਊਸ ਕੀਤੀ ਸੀ। ਠੀਕ ਹੈ। ਉਹਨਾਂ ਨੂੰ ਡਰ ਇਹ ਸੀ ਕਿ ਜਿਹੜੀ ਵੰਡ ਪਾਉਣੀ ਹੈ ਅਸੀਂ ਪੰਜਾਬ ਦੀ ਜੇ ਇਹ ਉਧਰ ਵਾਗੇ ਦੇ ਸਿੱਖ ਵੀ ਪੰਜਾਬੀ ਬੋਲਣ ਤੇ ਇੱਧਰ ਉਹ ਵੀ ਬੋਲਣ ਅਸੀਂ ਵੀ ਪੰਜਾਬੀ ਬੋਲੀਏ ਤੇ ਸਾਡਾ ਸਾਰਾ ਜਿਹੜਾ ਡਰਾਮਾ ਜੇ ਕਿਤੇ ਫੇਲ ਨਾ ਹੋ ਜਾਣ। ਹਾਏ ਹਾਏ ਹਾਏ। ਇਸ ਵਾਸਤੇ ਵੰਡ ਪਾ ਕੇ ਜ਼ਹਿਰ ਭਰਿਆ ਤਾਂ ਕਿ ਦੇਖੋ ਨਾ ਹੁਣ ਪਸ਼ਤੂਨ ਕੇ ਜੱਫੀਆਂ ਪਾਉਂਦੇ ਨੇ ਕਿ ਨਹੀਂ। ਸੋ ਇਹਨਾਂ ਨੂੰ ਡਰ ਸੀ ਪੰਜਾਬੀ ਵੀ ਜੱਫੀਆਂ ਦਾ। ਵੈਸੇ ਗੱਲ ਹੈ ਕਿ ਪਸ਼ਤੂਨ ਜਦੋਂ ਵੀ ਇਕੱਠੇ ਹੁੰਦੇ ਨੇ ਗੱਲ ਪਸ਼ਤੋ ਚ ਕਰਦੇ ਨੇ ਕਿ ਪੰਜਾਬ ਗੱਲ ਸੁਣ ਤੇ ਗਲਗਿੱਤੀ ਕਰਦਾ ਚਾਹੇ ਜਰਨੈਲ ਹੋਵੇ ਚਾਹੇ ਸਿਪਾਹੀ ਹੋਵੇ ਆਪਸ ਗੱਲ ਪੰਜਾਬ ਸਿੰਧੀ ਚ ਕਰਦੇ ਨੇ ਤੇ ਬਲੋਚੀ ਚ ਕਰਨੇ ਤੇ ਸਾਡੇ ਪੰਜਾਬੀ ਮਮਾ ਕੈਨ ਆਈ ਹੈਵ ਬਰਗਰ। ਉਹ ਅੱਛਾ ਫਿਰ ਇੱਕ ਦੂਜੇ ਨੂੰ ਐਡੀ ਮੋਟੀ ਗਾਲੀ ਦੇਣਗੇ ਪੰਜਾਬੀ ਵਾਲੀ ਜਿਹੜਾ ਮੈਂ ਬੱਚਿਆਂ ਦੀ ਵਜ੍ਹਾ ਕਰਕੇ। ਹਾਲਾਂਕਿ ਸਾਡੇ ਬੜੇ ਦੇਖੋ ਨਾ ਗੱਲ ਇਹ ਹੈ ਅਦੀਲ ਗੱਲ ਇਹ ਹੋਈ ਹੈ ਕਿ ਜਦੋਂ ਅਸੀਂ ਮਰਦ ਹਜ਼ਰਾਤ ਚਾਹੇ ਛੋਟੇ ਮੁੰਡੇ ਹੁੰਦੇ ਸੀ ਸਾਡੇ ਜ਼ਲਾਨ ਖਾਨੇ ਤੇ ਮਰਦਾਨ ਖਾਨੇ ਅਲੱਗਾ ਹੁੰਦੇ ਸੀ। ਠੀਕ ਹੈ। ਤੇ ਉੱਥੇ ਸਾਰੀ ਗੁਫ਼ਤਗੂ ਚੱਲਦੀ ਸੀ। ਓਏ ਇਹ ਲਿਆ ਉਹ ਨਾਲ ਉਹਦੇ ਉੱਪਰ ਐਡੀ ਨਾਲ ਗਾਲ ਵੀ ਹੁੰਦੀ ਸੀ। ਹੁਣ ਜਿਹੜਾ ਜਦ ਦੇ ਡਬਲ ਬੈੱਡ ਆ ਗਏ ਤੁਸੀਂ ਘੁਸ ਗਏ ਹੋ ਆਪਣੀ ਬੀਵੀਆਂ ਦੇ ਅੰਦਰ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀ ਰੋਜ਼ਾਨਾ ਸੁਣਾਓ ਸਾਰੇ ਜਿਹੜੇ ਗੌਰਮੈਂਟ ਦੇ ਫੈਸਲੇ ਹੋਏ ਕਰਕੇ ਆਇਆ ਤੂੰ ਉਹ ਦੱਸੋ। ਜਰਨੈਲ ਸਾਹਿਬ ਜੋ ਪਲੈਨਿੰਗ ਕਰ ਰਹੇ ਨੇ ਉਹ ਦੱਸਣ ਕਿਹਦੀ ਪ੍ਰਮੋਸ਼ਨ ਕਰ ਰਹੇ ਨੇ ਉਹ ਦੱਸਣ ਨਹੀਂ ਕਿ ਤੇ ਉਹ ਜਦ ਤੱਕ ਤੁਸੀਂ ਉਹਨੂੰ ਆਪਣਾ ਡੀਬਰੀਫ ਨਹੀਂ ਹੋ ਜਾਂਦੇ ਡਬਲ ਬੈੱਡ 'ਤੇ ਤੁਸੀਂ ਅੱਗੇ ਚੱਲ ਨਹੀਂ ਸਕਦੇ।
ਇਹ ਭਾਈ ਇਹੀ ਹਾਲ ਗੋਰੇ ਨੇ ਕੀਤਾ। ਉਹਨਾਂ ਨੂੰ ਪਤਾ ਸੀ ਕਿ ਇਹ ਜਿਹੜਾ ਪੰਜਾਬ ਜਿਹੜਾ ਨਾ, ਪੰਜਾਬ ਐਸੀ ਗੱਲਾਂ ਦੇਖੋ ਨਾ, ਗੱਲਾਂ ਹਿੰਦੁਸਤਾਨ ਦਾ ਕਿੱਥੋਂ ਜਾਂਦਾ ਸੀ? ਪੰਜਾਬ ਚੋਂ। ਅਫਗਾਨਿਸਤਾਨ ਕਿੱਥੇ ਖਾਂਦੇ ਸੀ 1000 ਸਾਲ ਤੋਂ? ਬਿਲਕੁਲ ਪੰਜਾਬ ਤੋਂ। ਉਹ ਇਹ ਖਾਲੀ ਹੱਥ ਆਉਂਦੇ ਸੀ, ਇੱਥੋਂ ਮੁਰਗੀਆਂ ਤੱਕ ਲੈ ਕੇ ਜਾਂਦੇ ਸੀ। ਠੀਕ ਆ। ਇਹ ਆਉਂਦੇ ਸੀ, ਇਹ ਸਰਦੀਆਂ ਦੇ ਵਿੱਚ ਆਉਂਦੇ ਸੀ, ਠੰਡ ਦੇ ਮਾਰੇ ਹੋਏ, ਤੇ ਸਾਡੇ ਪਿੰਡਾਂ ਦੇ ਇਹਨਾਂ ਨੂੰ ਅਸੀਂ ਰਾਸ਼ੇ ਕਹਿੰਦੇ ਸੀ। ਲੁੱਟ ਕੇ ਜਾਂਦੇ ਸਨ ਇੱਥੋਂ? ਉਹ ਲੁੱਟ ਕੇ ਜਾਂਦੇ ਸੀ। ਦੇਖੋ ਇਹ ਝਗੜਾ ਕੀ ਸੀ ਪੰਜਾਬ ਦਾ ਇਹਦੇ ਨਾਲ, ਕਿਉਂਕਿ ਦੇਖੋ ਨਾ ਪੰਜਾਬ 'ਤੇ ਇਹ ਬੇਟੇ ਜਿਹੜੀ ਧਰਤੀ ਹੈ ਨਾ ਹਿੰਦੁਸਤਾਨ ਦੇ, ਤੁਸੀਂ ਨਕਸ਼ਾ ਅਗਰ ਦਿਖਾਓ ਕਿ ਇਹ ਹਿਮਾਲਿਆ ਦੇ ਵਿੱਚ ਥੱਲੇ ਵਾਦੀ ਹੈ ਬੜੀ ਜਿਹੀ ਥੱਲੇ ਤੱਕ। ਠੀਕ ਹੈ। ਯਾਨੀ ਇੱਦਾਂ ਲੱਗਦਾ ਜਿੱਦਾਂ ਗੋਦ ਵਿੱਚ ਨਾ ਮਾਂ ਨੇ ਬੱਚਾ ਬਿਠਾਇਆ ਹੋਵੇ। ਇਹ ਮੈਂ ਹਿਮਾਲਿਆ ਤੇ ਇਹ ਬੱਚਾ ਜੇ ਪੰਜਾਬ। ਠੀਕ ਹੈ। ਪੰਜਾਬ ਨਹੀਂ, ਸਾਰਾ ਹਿੰਦੁਸਤਾਨ। ਇਹ ਇੱਧਰੋਂ 4-5 ਦਰਿਆ ਸਾਡੇ ਪਾਸਿਓਂ ਨਿਕਲਦੇ ਨੇ, 3-4 ਉਹ ਸਾਈਡ ਤੇ ਈਸਟ ਤੋਂ ਨਿਕਲਦੇ ਨੇ। ਤੇ ਇਹ 5 ਆਬ ਜਿਹੜੇ ਸੀ ਨਾ, ਇਹ 5 ਆਬ ਕਿਹੜੇ ਸੀ? ਇਹ 5 ਆਬ ਸੀ ਬੇਟੇ, ਇਹ ਜੇਹਲਮ ਪਹਿਲਾ ਦਰਿਆ ਸੀ। ਠੀਕ ਹੈ। ਉਹਦੇ ਬਾਅਦ ਕਿਹੜਾ ਸੀ? ਉਹਦੇ ਬਾਅਦ ਜਿਹੜਾ ਸੀ ਚਨਾਬ, ਉਹਦੇ ਬਾਅਦ ਰਾਵੀ, ਉਹਦੇ ਬਾਅਦ ਬਿਆਸ, ਉਹਦੇ ਬਾਅਦ ਸਤਲੁਜ। ਤੇ ਸਾਡੇ ਹੁਣ ਕਿੰਨੇ ਰਹਿ ਗਏ? ਇਹ ਰਾਵੀ, ਬਿਆਸ ਤੇ ਸਤਲੁਜ। ਇਹ ਤੇ ਖਾਨ ਸਾਹਿਬ ਅਯੂਬ ਖਾਨ ਨੇ ਇਹਨਾਂ ਦਾ ਜਿਹੜਾ ਗਊ ਮਾਤਾ ਦਾ ਜਿਹੜਾ ਇੰਡੀਆ ਜਿਹੜਾ ਇਹਨਾਂ ਦਾ ਬੌਸ ਹੈ ਉਹਨੂੰ ਦਿੱਤੇ ਨੇ। ਹਾਂਜੀ। ਤੇ ਸਾਡੇ ਕੋਲ ਹੁਣ ਰਹਿ ਗਏ 2। ਠੀਕ ਹੈ। ਤੇ ਅਸੀਂ ਹੁਣ 2 ਦੇਖੋ ਨਾ, ਇੰਨੀ ਵੱਡੀ ਜ਼ਮੀਨ ਨੂੰ 2 ਸੈਲਾਬ ਨਹੀਂ ਕਰ ਸਕਦੇ। ਉਹਨਾਂ ਨੇ ਬੰਨ ਲਾ ਲਿਆ, ਜਦ ਕਦੀ ਪਾਣੀ ਖੋਲ ਦਿੰਦੇ ਆ ਤੇ ਤੁਹਾਡਾ ਇਹ ਹਾਲ ਹੋ ਰਿਹਾ। ਅਸੀਂ ਹੁਣ ਆਉਂਦੇ ਹਾਂ ਪੰਜਾਬੀ ਦੇ। ਨਹੀਂ, ਲੇਕਿਨ ਮੈਂ ਤੁਹਾਡੇ ਨਾਲ ਗੱਲ ਉਹੀ ਕਰਨੀ ਹੈ ਕਿ ਪੁਰਾਣੇ ਜ਼ਮਾਨੇ 'ਚ ਕੰਟੋਨਮੈਂਟ 'ਚ ਵੀ ਸੁਣਿਆ ਫੌਜੀਆਂ ਨੂੰ ਕੰਟੋਨਮੈਂਟ 'ਚ ਰੱਖਿਆ ਜਾਂਦਾ ਸੀ ਤਾਂ ਕਿ ਆਵਾਮ ਨਾਲ ਰਲ ਕੇ ਰਹਿਣਗੇ ਤੇ ਉਹਨਾਂ ਦੇ ਵਿੱਚ ਰਲ ਨਾ ਜਾਣ, ਤੇ ਉਹਨਾਂ ਦੇ ਵਿੱਚ ਇੱਕ ਉਹ ਕੀ ਕਹਿੰਦੇ ਨੇ ਜਿਹਨੂੰ ਸੈਪਰੇਸ਼ਨ ਪਾਈ ਹੁੰਦੀ ਸੀ। ਐਸੇ ਤਰੀਕੇ ਨਾਲ ਗੋਰੇ ਨੇ ਉਰਦੂ ਇੰਟਰੋਡਿਊਸ ਕਰਕੇ। ਯਾਰ ਗੋਰਾ ਸਾਡਾ ਮਾਮਾ ਲੱਗਦਾ ਸੀ। ਸਾਡਾ ਮਾਮਾ ਕੀ, ਸਾਡਾ ਸਭ ਕੁਝ ਵਾਲੀ ਵਾਰਸ ਗੋਰਾ ਹੈ। ਅੱਲਾਹ ਤਾਲਾ ਤੇਰਾ ਭਲਾ ਕਰੇ। ਉਹ ਇੱਥੇ ਦੇ ਦੇਖੋ ਨਾ, ਜਿਹੜੇ ਹੁਣ ਜਿੰਨੇ ਟੱਬਰ ਜਿਹੜੇ ਨੇ ਬੜੇ ਮੋਤਬਰ ਤੇ ਬੜੇ ਲੱਗੇ ਹੋਏ ਨੇ, ਉਹ ਮੈਂ ਜਿਹੜਾ ਕਹਿੰਦਾ ਸੀ ਪਾਕਿਸਤਾਨ ਨੂੰ 5 ਜੀਮਾਂ ਨੇ ਤਬਾਹ ਕੀਤਾ ਜੇ। ਹਾਂਜੀ। ਪਹਿਲੀ ਜੀਮ ਕਿਹੜੀ? ਬੇਜ਼ਮੀਰ ਜੱਜ। ਹਾਂਜੀ। ਉਹਦਾ ਨਾਂ ਕੀ ਸੀ? ਜਸਟਿਸ ਮਨੀਰ। ਠੀਕ ਹੈ। ਇਹ ਸਰਜੀਮੈਂਟ ਹਸਪੀਟਲ ਦੇ ਪਿੱਛੇ ਉਹਦਾ ਘਰ ਆ। ਠੀਕ ਹੈ। ਉਹਨੇ ਕਿਹਾ ਸੀ ਅਯੂਬ ਖਾਨ ਦੀ ਡਿਕਟੇਟਰਸ਼ਿਪ ਨੂੰ, ਖਾਨ ਸੀ ਨਾ। ਠੀਕ ਹੈ। ਉਹ ਸਾਰੇ ਖਾਨ ਸੱਚੇ ਸਾਬਤ ਹੋਣੇ ਹੁੰਦੇ ਨਾ, ਚਾਹੇ ਅਯਿਆ ਖਾਨ ਹੋਵੇ, ਇਮਰਾਨ ਖਾਨ ਹੋਵੇ। ਤੇ ਇਹ ਜੱਜ ਹਰਾਮ ਦੇ ਜਿਹੜੇ, ਇਹ ਜੱਜ ਹਰਾਮ ਦੇ, ਤੀਜੀ ਦਫਾ ਵੀ ਕਲਮਾ ਤਾਂ ਕਿ ਸਿੱਕਾ ਹੋ ਜਾਏ, ਇਹ ਜੱਜ ਹਰਾਮ ਦੇ ਪਾਕਿਸਤਾਨ ਦੇ, ਇਹਨਾਂ ਨੇ ਗੋਰੇ ਦਾ ਕਾਨੂੰਨ ਪੜ੍ਹ ਕੇ ਤੇ ਗੋਰੇ ਦੇ ਕਾਨੂੰਨ ਨੂੰ ਉੱਪਰ ਅੱਲਾ ਦਾ ਸਟੈਂਪ ਲਾਉਂਦੇ ਨੇ। ਯਾਨੀ ਕਿ ਉਸ ਅਯੂਬ ਖਾਨ ਨੇ ਉਹਦੇ ਜਿਹੜਾ ਸੀ ਡਿਕਟੇਟਰਸ਼ਿਪ ਨੂੰ ਇਹਨਾਂ ਨੇ ਕਿੱਦਾਂ ਠੱਪਾ ਲਾਇਆ ਕਿ ਇਸਲਾਮ ਵਿੱਚ ਜਿਲੇ ਭੁੱਖੇ ਮਰ ਰਹੇ ਹੋਵੋ ਤੇ ਸੂਰ ਖਾਣਾ ਜਾਇਜ਼ ਹੈ। ਅੱਛਾ। ਖੰਜ਼ੀਰ ਖਾਣਾ ਜਾਇਜ਼ ਹੈ। ਤੇ ਇਹਨਾਂ ਨੇ ਕਿਹਾ ਅਯੂਬ ਖਾਨ ਨਹੀਂ ਹੋਏਗਾ, ਭੁੱਖੇ ਮਰ ਜਾਵਾਂਗੇ, ਅਮਰੀਕਾ ਕੜਕ ਰੋਕ ਦੇਗਾ, ਖੰਜ਼ੀਰ ਖਾਣਾ इसलिए खाओ। इस वे अयूब खान जिंदाबाद 16 साल। यानी कि और अयूब खान कौन सी? ਉਹ ਕਾਕਾ ਅਯੂਬ ਖਾਨ ਨੂੰ, ਉਹ ਸਾਡੀਆਂ ਬੀਬੀਆਂ ਸਾਰੀਆਂ ਚਿੱਟੇ ਤੇ ਗੋਰੇ ਰੰਗ ਨੂੰ। ਇੱਕ ਤਾਂ ਮੁਸੀਬਤ ਇਹ ਹੈ ਕਿ ਅੱਲਾ ਮੀਆਂ ਨੇ ਸ਼ੁਕਰ ਹੈ ਜੇ ਤੁਹਾਡਾ ਅਫਰੀਕਾ ਵਾਂਗੂ ਕਾਲਾ ਰੰਗ ਨਹੀਂ ਤੇ ਹਰਾਮ ਦੇ ਤੁਸੀਂ ਉੱਠਦੇ ਗੰਦਮ ਖਾਣੇ ਵਾਲੇ ਅਸੀਂ। ਫਿਰ ਫਿਰ ਵੀ ਉਹ ਇਹ ਬੀਬੀਆਂ ਸਾਡੀਆਂ ਜਿਹੜੀਆਂ ਨਾ, ਇਹ ਚਿੱਟੇ ਰੰਗ ਤੇ ਮਰ ਜਾਂਦੀਆਂ। ਹਾਂ। ਇੱਕ ਅਯੂਬ ਖਾਨ ਸੋਹਣਾ ਬੜਾ, ਉਹ ਦੇਖੋ, ਯਾਨੀ ਕਿ 16 ਸਾਲ ਉਹਨੇ ਹਰਾਮ ਦੇ ਨੇ ਇਸ ਪੰਜਾਬ ਦੇ ਉੱਪਰ ਕਬਜ਼ਾ ਕੀਤਾ। 3 ਦਰਿਆ ਪੰਜਾਬ ਦੇ ਹਿੰਦੁਸਤਾਨ ਨੂੰ ਦਿੱਤਾ, ਜਿੱਦਾਂ ਉਹਦੀ ਮਾਂ ਜਹੇਜ਼ 'ਚ ਲੈ ਕੇ ਭੇਜੀ ਆਈ ਸੀ ਉਹਦੀ ਬੀਵੀ। ਤੇ ਇਮਰਾਨ ਖਾਨ ਵੀ ਤਾਂ ਸੋਹਣਾ। ਉਹ ਗੱਲ ਤੇ ਸੁਣ ਲਾ ਨਾ, ਜੇ ਉੱਥੇ ਆਉਣਾ, ਇਹ ਲੜੀ ਤੇ ਇੱਕੋ ਹੀ ਆ ਨਾ। ਇਹ ਲੜੀ ਹਰਾਮਦਿਆਂ ਦੀ ਸ਼ੁਰੂ ਹੁੰਦੀ ਹੈ ਬਨੀ ਇਸਰਾਈਲ ਤੋਂ। ਖਾਨ 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 ਇਹ ਕਹਿਣਾ ਚਾਹ ਰਹੇ ਹੋ? ਆਹੋ। ਅੱਛਾ। ਤੇ ਖਾਨ ਕੋਈ ਕਹਿੰਦੇ ਨੇ, ਖਾਨ ਪਰਾਉਣੇ। ਉਹ ਖਾਨਾਂ ਦੇ ਖਾਨ ਪਰਾਉਣੇ ਤੇ ਇਹ ਕਹਿੰਦੇ ਪਰਾਉਣੇ ਬਣਦੇ ਨੇ। ਉਹ ਖੋਤਿਆ, ਇਹ ਜਿਹੜਾ ਇਹ ਪੰਜਾਬੀ ਵਾਲਾ ਖੋਤਾ ਜੇ ਇੱਕ ਤੋਂ ਹੁੰਦਾ ਨਾ, ਜੋ ਸੋਤਾ ਹੈ ਉਹ ਖੋਤਾ ਹੈ। ਅੱਛਾ, ਠੀਕ ਹੈ। ਇਹ ਉਹ ਉਰਦੂ ਵਾਲਾ ਖੋਤਾ ਹੁੰਦਾ ਜੇ, ਤੂੰ ਪੰਜਾਬੀ ਵਾਲਾ ਖੋਤਾ ਜੇ। ਠੀਕ ਹੈ। ਤੈਨੂੰ ਖੋਤੇ ਦਾ ਫਰਕ ਸਮਝ ਆਇਆ? ਸਮਝ ਆਇਆ। ਤੁਸੀਂ ਖੋਤੇ ਨੂੰ ਇੰਟਰੋਡਿਊਸ ਵੀ ਕੀਤਾ ਸੀ 2007 ਚ। ਆਹੋ। ਖੋਤੇ ਨੂੰ ਲੈ ਕੇ ਫਿਰਦੇ ਵੀ ਸੋ। ਆਹੋ, ਮੈਂ ਵੀ ਫਿਰਦਾ ਸੀ। ਮੈਂ ਖੋਤੇ ਆਇਆ
ਆ ਮੋੜ ਮਹਾਰ ਵੇ ਤੇਰੇ ਖੋਤੇ ਦੇ ਗਲ ਵਿੱਚ ਹਾਰ ਵੇ ਖੋਤੇ ਵਾਲੇ ਆ ਮੋੜ ਮਹਾਰ ਵੇ ਸਮਝੇ ਮੈਂ ਵੀ ਕਰਦਾ ਸੀ ਫਿਰ ਖੋਤੇ ਨੂੰ ਤੁਸੀਂ ਜ਼ਫਰ ਰੋਡ ਤੇ ਆਫਿਸ ਹੀ ਖੋਲ ਕੇ ਦਿੱਤਾ ਸੀ ਗੱਲ ਸੁਣਨਾ ਖੋਤਾ ਤੇ ਫਿਰ ਤੈਨੂੰ ਪਤਾ ਖੋਤਾ ਤੇ ਖੋਤਾ ਹੁੰਦਾ ਜੇ ਠੀਕ ਹੈ ਖੋਤਾ ਅਗਰ ਕਵੇ ਕਿ ਘਾਹ ਜਿਹੜਾ ਨੀਲਾ ਹੁੰਦਾ ਜੇ ਮੰਨਣਾ ਪਏਗਾ ਜੇ ਮੰਨਣਾ ਪਏਗਾ ਹੁਣ ਜਿਹੜਾ KPK ਦਾ ਖੋਤਾ ਜੇ ਅਫਰੀਦੀ ਨਵਾਂ ਆਇਆ ਜਿਹੜਾ ਉਹ ਜਿਹੜਾ ਜੇ ਉਹ ਕਹਿੰਦਾ ਜੇ ਫਾਤੇ ਪੜੋ ਕਿਨਾਂ ਵੀ ਜਿਹੜੇ ਪਾਕਿਸਤਾਨ ਦੇ ਬੱਚੇ ਮਾਰ ਰਹੇ ਨੇ ਉਹਨਾਂ ਨੂੰ ਅੱਲਾ ਜੰਨਤੁਲ ਫਿਰਦੌਸ ਜਗ੍ਹਾ ਦੇਵੇ ਤੇ ਸਾਡਿਆਂ ਨੂੰ ਜਹੰਨਮ 'ਚ ਭੇਜੇ ਬੜੇ ਅਫਸੋਸ ਦੀ ਗੱਲ ਹੈ ਤੇ ਰਿਆਸਤ ਵੀ ਖਾਮੋਸ਼ ਹੈ ਖੈਰ ਨਹੀਂ ਗੱਲ ਛੱਡੋ ਤੁਸੀਂ ਪੰਜ ਜੀਮਾਂ ਦੀ ਗੱਲ ਕਰ ਰਹੇ ਸੋ ਪੰਜ ਜੀਮਾਂ ਤੋਂ ਇੱਕ ਪਹਿਲਾ ਜੀਮ ਜੱਜ ਲੇਕਿਨ ਬੇਜ਼ਮੀਰ ਜੱਜ ਚ ਤੁਸੀਂ ਆਪਣੇ ਫੇਵਰਿਟ ਆਸਿਫ ਖੋਸਾ ਦਾ ਨਾਂ ਨਹੀਂ ਲਿੱਤਾ ਜਿਹਨੇ ਇਮਰਾਨ ਖਾਨ ਨੂੰ ਉਹ ਕਿਹਾ ਸਾਦਕ ਅਮੀਨ ਇੱਕ ਇਹਦੇ ਉੱਪਰ ਜਿਹੜਾ ਮੈਂ ਹੁਣ ਖੋਸਾ ਦਾ ਹਮਵਜ਼ਨ ਕਈ ਲਫ਼ਜ਼ ਨੇ ਜਿਹੜੇ ਮੈਂ ਕਹਿ ਨਹੀਂ ਸਕਦਾ ਹਮਵਜ਼ਨ ਠੀਕ ਆ ਸਮਝ ਗਏ ਆ ਆਡੀਅנס ਵੀ ਸਮਝ ਗਈ ਠੀਕ ਹੈ ਇਹ ਉਹ ਹੈ ਖੋਸਾ ਠੀਕ ਹੈ ਜਿਹੜਾ ਇੱਕ ਬੇਟੇ ਇੱਕ ਜਿਹੜਾ ਇੱਕ ਜਾਂ ਤੇ ਹੁੰਦਾ ਨਾ ਅਗਰ ਇਮਰਾਨ ਖਾਨ ਨੇ 50 ਰੁਪਏ ਦਾ ਐਫੀਡੇਵਿਟ ਦਿੱਤਾ ਹੁੰਦਾ ਕਿ ਬਈ ਮੈਂ ਸੀਤਾ ਵਾਈਟ ਨਾਲ ਕਦੀ ਨਹੀਂ ਸੁੱਤਾ ਹਾਂਜੀ ਠੀਕ ਹੈ ਕਿਸ ਨਾ ਟੈਰੀਅਰ ਮੇਰੀ ਵੀ ਅਸੀਂ ਸਲਾਮ ਕਰਦੇ ਠੀਕ ਇਹਨਾਂ ਹਰਾਮਦਿਆਂ ਨੇ ਇਹ ਜਿਹੜੇ ਜੱਜਾਂ ਦੇ ਬੜੇ ਮੁਹਤਬਰ ਮੀਰ ਆਊਟ ਬਣ ਕੇ ਬੈਠੇ ਹੋਏ ਨੇ ਇਹਨਾਂ ਹਰਾਮਦਿਆਂ ਨੇ ਉਹਦੇ ਕੋਲੋਂ 50 ਰੁਪਏ ਦਾ ਐਫੀਡੇਵਿਟ ਵੀ ਨਹੀਂ ਮੰਗਿਆ ਔਰ ਕੈਲੀਫੋਰਨੀਆ ਕੋਰਟ ਨੂੰ ਯਾਨੀ ਕਿ ਅਗਰ ਆਮ ਸਾਡੇ ਖਿਲਾਫ ਕੋਈ ਲੰਡਨ ਪੈਰਿਸ ਦੀ ਅਦਾਲਤ ਹੋਵੇ ਨਾ ਤੇ ਸਾਨੂੰ ਇਹ ਟੂਏ ਨੂੰ ਵੀ ਹਸਕੜੀ ਲਾ ਕੇ ਤੇ ਉਹਨਾਂ ਦੇ ਹਵਾਲੇ ਕਰ ਦਿੰਦੇ ਨੇ ਇਹ ਜੱਜ ਤੇ ਆਪਣੇ ਰਾਜ ਦੁਲਾਰੇ ਨੂੰ ਇਹ ਜਿਹੜੀਆਂ ਕਿਉਂਕਿ ਉਹਨਾਂ ਦੀ ਬੇਗਮਾਤ ਤੇ ਟੱਬਰ ਜਿਹੜੇ ਨੇ ਨਾ ਉਹ ਸਾਰੇ ਤੇ ਆਸ਼ਿਕ ਨੇ ਨਾ ਤੇ ਇਹ ਆਪਣੇ ਰਾਜ ਦੁਲਾਰੇ ਨੂੰ ਕੀ ਲਾਉਂਦਾ ਛੱਪਾ ਸਾਦਿਕ ਔਰ ਅਮੀਨ ਤੋਬਾ ਨਊਜ਼ ਬਿਲਲਾ ਇਹ ਏਡੇ ਬੇਗੈਰਤ ਨੇ ਕਾਲਾ ਕੋਟ ਔਰ ਕਾਲੀ ਟਾਈ ਵਾਲੇ ਤੇ ਇਹ ਜਿਹੜੇ ਜੱਜ ਬਣ ਕੇ ਬੈਠੇ ਹੋਏ ਨੇ ਇਹ ਏਡੇ ਬੇਗੈਰਤ ਨੇ ਔਰ ਇਹਨਾਂ ਨੇ ਦੀਨੇ ਮੁਹੰਮਦ ਦੀ ਏਡੀ ਬੇਹਰਮਤੀ ਕਰਵਾ ਰਹੇ ਨੇ ਕਿ ਜਿਹੜੇ ਰਹੇ ਰੱਬ ਦਾ ਨਾਂ ਨੇ ਚਲੋ ਜੀ ਤੁਸੀਂ ਪੰਜ ਜੀਮਾਂ ਤੇ ਆ ਜਾਓ ਹੁਣ ਦੂਜੀ ਜੀਮ ਨਹੀਂ ਪਹਿਲੀ ਜੀਮ ਸ਼ੁਰੂ ਤੋਂ ਜ਼ਰਾ ਜਲਦੀ ਪਹਿਲੀ ਜੀਮ ਬੇਜ਼ਮੀਰ ਜੱਜ ਜਿਹਨੇ ਨਜ਼ਰੀਆ ਜ਼ਰੂਰਤ ਤੇ ਇਹੋ ਜਿਹੇ ਬੰਦੇ ਦੂਜੀ ਬੁਜ਼ਦਿਲ ਜਰਨੈਲ ਅਯੂਬ ਖਾਨ ਖਾਸ ਤੌਰ ਤੇ ਜਿਹਨੇ ਕਿ ਫੀਲਡ ਮਾਰਸ਼ਲ ਬਣ ਗਿਆ 1 ਇੰਚ ਜ਼ਮੀਨ ਨਹੀਂ ਫਤਹ ਕੀਤੀ ਠੀਕ ਹੈ ਤੀਜੀ ਜੀਮ ਜਾਹਿਲ ਜਿਹਾਦੀ ਠੀਕ ਹੈ ਅਖਵਾਨ ਜਿਹੜੇ ਖਾਰਜ ਨੇ ਕਿ ਸਾਨੂੰ ਅੱਲਾ ਮੀ ਨੇ ਠੇਕਾ ਦੇ ਦਿੱਤਾ ਚੀਨ ਤੱਕ ਅਸੀਂ ਇਸਲਾਮ ਨਾਲ ਆਪਣਾ ਇਸਲਾਮ ਨਾਫਜ਼ ਕਰਨਾ ਹੈ ਮੁਹੰਮਦ ਦਾ ਇਸਲਾਮ ਨਹੀਂ ਆਪਣਾ ਕਰਨਾ ਹੈ ਚੌਥੀ ਚੀਨ ਜ਼ਾਲਿਮ ਜਾਗੀਰਦਾਰ ਔਰ ਤਾਜਰ ਔਰ ਰੀਅਲ estate ਓਨਰ ਔਰ ਬੜੇ ਬੜੇ ਜਿਹੜੇ ਹੈ ਬੜੇ ਬੜੇ ਫੈਕਟਰੀਆਂ ਵਾਲੇ ਇਹ ਜਿਹੜੇ ਹਰਾਮ ਦੇ ਕਦੀ 1 ਪਾਉਂਡ 'ਚ ਕਦੀ ਦੂਜੇ 'ਚ ਅੱਜ ਇਹ ਦੇਖੋ ਨਾ ਉਮਰ ਅਜੀਬ ਇਹਦੇ ਦੇਖੋ ਪਹਿਲਾਂ ਕਿਸ ਪਾਰਟੀ 'ਚ ਫੇਰ ਕਿਸ ਪਾਰਟੀ 'ਚ ਫੇਰ ਕਿਸ ਪਾਰਟੀ 'ਚ ਇਹ ਹਰਾਮ ਦੇ ਜਿਹੜੇ ਨੇ ਇਹ ਕਿਹਨੂੰ ਪਾਲਦੇ ਨੇ ਜੱਜ ਇਹ ਪਾਲਦੇ ਨੇ ਇਹ SHO ਨੂੰ ਪਾਲਦੇ ਨੇ ਇਹ ਪਟਵਾਰੀਆਂ ਨੂੰ ਪਾਲਦੇ ਨੇ ਇਹ ਜਿਹੜੇ ਨੇ ਸਾਰੇ ਪੱਤਾਖੋਰਾਂ ਨੂੰ ਪਾਲਦੇ ਚਾਰ ਹੋ ਗਏ ਚਾਰ ਪੰਜਵਾਂ ਤੂੰ ਮੇਰਾ ਪੌਦਾ ਸੜ ਗਿਆ ਨਾ ਮੇਰਾ ਤੇ ਤੂੰ ਵੀ ਸੜੇਗਾ ਮੇਰਾ ਪੌਦਾ ਸੜ ਗਿਆ ਤੂੰ ਵੀ ਜਿਹੜਾ ਪੰਜਵੀਂ ਜੀਮ ਚ ਨਾ ਪੱਤਾਖੋਰ ਜਰਨਲਿਸਟ ਜਿਨ੍ਹਾਂ ਦੇ ਆਪਣਾ 50 ਲੱਖ ਰੁਪਏ ਤਨਖਾਹ ਜੇ ਤੇ ਉਹ ਜਿਹੜੇ ਆ ਕੇ ਦਰਸ ਏਦਾਂ ਦਿੰਦੇ ਜੇ ਹੁਣੀ ਤਾਜ਼ੇ ਉਤਰੇ ਨੇ ਮੇਰੀ ਗੱਲ ਸੁਣੋ ਅਸੀਂ ਅੱਲਾ ਦਾ ਸ਼ੁਕਰ ਅਦਾ ਕੀਤਾ ਸਰਦੀਆਂ ਆਈਆਂ ਨੇ ਤੇ AC ਸਾਡੇ ਕੋਲ ਹੈਗਾ ਨਹੀਂ ਸੀ ਤੇ ਅਸੀਂ ਸਕੂਨ ਨਾਲ ਬੈਠੇ ਹਾਂ ਗੱਲ ਸੁਣ ਰੀਲ ਮੈਂ ਜਰਨਲਾਂ 'ਚ ਰਗੜਦਾ ਮੈਨੂੰ ਜਾਂ ਲੋਕ ਰਗੜਦੇ ਨੇ ਕਿ ਨਹੀਂ ਤੁਹਾਡੇ ਉੱਤੇ ਆਂਦੀ ਗੱਲ ਤੇ ਫਿਰ ਮੇਰੀ ਜਿਹੜੀ ਆਈ ਹੋਈ ਉਹ ਹੈ ਨਹੀਂ ਤੇ ਆਪਣੀ ਵਾਰੀ ਆਈ ਤੇ ਹਾਏ ਮਾਂ ਮੁਝੇ ਮਾਰਤਾ ਹੈ ਉਹ ਗੱਲ ਸੁਣ ਇਹ ਪੰਜ ਜੀਮਾਂ ਹੋ ਗਈਆਂ ਹੁਣ ਮੇਰੀ ਗੱਲ ਸੁਣੋ ਬੇਟੇ ਗੱਲ ਸੁਣੋ ਹੁਣ ਤੁਹਾਡੇ ਫੇਵਰਟ ਬੰਦੇ ਧਿਆਨ ਦਿਓ ਮੈਨੂੰ ਉਹ ਮੇਰੀ ਗੱਲ ਸੁਣ ਲੈ ਨਾ ਅਸੀਂ ਤੇ ਬਰਦਾਸ਼ਤ ਕੀਤਾ ਲੇਕਿਨ ਜਿਹੜਾ ਵੱਡਾ ਹਰਾਮ ਦਾ ਆਇਆ ਮੈਂ ਸਮਝ ਗਿਆ ਕਿਹਦਾ ਨਾਂ ਲੈਣਾ ਚਾਹੀਦਾ ਉਹ ਯਾਰ ਹਲਾਲ ਜ਼ਿਆਦਾ ਹੁੰਦਾ ਇੱਕ ਹਰਾਮ ਜ਼ਿਆਦਾ ਹੁੰਦਾ ਜੀ ਠੀਕ ਹੈ ਮੈਂ ਮੇਰੀ ਗੱਲ ਸੁਣ ਗੋਸ਼ਤ ਹਲਾਲ ਕਿ ਹਰਾਮ ਹੈ ਬੱਕਰੀ ਦਾ ਗੋਸ਼ਤ ਹਲਾਲ ਹੈਗਾ ਮੁਰਗੀ ਦਾ ਹਲਾਲ ਹੈ ਮੱਛੀ ਹਲਾਲ ਤੇ ਸੂਰ ਖੀਰ ਹਰਾਮ ਹੈਗਾ ਤੇ ਫਿਰ ਹਰਾਮਜ਼ਾਦੇ ਨੂੰ ਅਗਰ ਹਰਾਮ ਮੈਂ ਕਹਿ ਰਿਹਾ ਮੈਂ ਕਿਹੜੀ ਗਾਲੀ ਕੱਢ ਰਿਹਾ ਇਹ ਗੱਲ ਤੇ ਫਿਰ ਠੀਕ ਹੈਗੀ ਗੱਲ ਤੇ ਨਹੀਂ ਹੈਗੀ ਯਾਰ ਤੈਨੂੰ ਉੱਲੂ ਦਾ ਪੱਠਾ ਕਹਾਂ ਤੇ ਕੋਈ ਗਾਲੀ ਹੈ ਨਹੀਂ ਤੇ ਉੱਲੂ ਦਾ ਵੀ ਪੱਠਾ ਹੁੰਦਾ ਬੱਚੇ ਦਾ ਵੀ ਪੱਠਾ ਪਹਿਲਵਾਨ ਦਾ ਪੱਠਾ ਸਾਡਾ ਪੱਠਾ ਮੇਰਾ ਪੱਠਾ ਇਹ ਮੇਰਾ ਪੱਠਾ ਹੈ ਬਿਲਕੁਲ ਠੀਕ ਹੈ ਹਾਂ ਕੋਈ ਗੱਲ ਹੈ ਇਹ ਗੱਲਾਂ ਜਿਹੜੀਆਂ ਨੇ ਗੱਲ ਸੁਣੋ ਇਹ ਜਿਹੜਾ ਨਾ ਅਸਲ 'ਚ ਜਿਹੜਾ ਜੇ ਇਹ ਪਠਾਨ ਜਿਹੜੇ ਨੇ ਇਹ ਯਹੂਦੀ ਨੇ ਮੈਂ ਹਾਲੇ ਪਠਾਨਾ ਤੇ ਤੁਸੀਂ ਹਾਲੇ ਹਰਾਮ ਦੇ ਸੀ ਨਾ ਤੁਸੀਂ ਹਰਾਮ ਹਲਾਲ ਦੀ ਗੱਲ ਕੀਤੀ ਹੈ ਤੇ ਮੈਂ ਤੁਹਾਨੂੰ ਇੱਕ ਨਾ ਹਰਾਮ
ਜਿਹਨੂੰ ਕਹਿੰਦੇ ਨਾ ਇੱਕ ਹੁੰਦੀ ਹਲਾਲੀ ਤੇ ਇੱਕ ਹਰਾਮੀ ਹੁੰਦੀ। ਮੈਂ ਤੈਨੂੰ ਹਰਾਮੀ ਟਵੀਟ ਇੱਕ ਦੱਸਦਾ। ਇੱਕ ਬੰਦਾ ਹੈਗਾ ਪਾਕਿਸਤਾਨ 'ਚ, ਅੱਛਾ ਠੀਕ ਹੈ, ਉਹਨੇ ਇੱਕ ਤੇ ਅਡਿਆਲਾ ਜੇਲ੍ਹ 'ਚ ਤਾਂ ਨਹੀਂ, ਉਹ ਮੈਂ ਤੁਹਾਨੂੰ ਦੱਸਣਾ, ਉਹ ਗੱਲ ਹੋ ਰਹੀ ਸੀ ਬਦਾਮ ਪਿਸਤੇ ਖਾ ਰਿਹਾ, ਹਰਾਮ ਲਾਲ ਦੀ ਗੱਲ ਹੋ ਰਹੀ ਸੀ ਤੇ ਉਹਦਾ ਜ਼ਿਕਰ ਆਇਆ। ਉਹ ਬੰਦਾ ਹੈਗਾ ਇੱਕ, ਉਹ 2007 ਦੇ ਵਿੱਚ ਤੁਸੀਂ ਵੀ ਉਹਨੂੰ ਆਫਿਸ ਖੋਲ ਕੇ ਦਿੱਤਾ ਸੀ ਜ਼ਫਰ ਅਲੀ ਰੋਡ ਤੇ। ਅੱਛਾ ਖੈਰ ਹੁਣ ਗੱਲ ਪੂਰੀ ਕਰਨ ਦਿਓ, ਠੀਕ ਹੈ। ਤੁਸੀਂ ਬੜਾ ਬਾਕੀ ਜਿਹੜੇ ਹਰਾਮਦਿਆਂ ਨੇ ਉਹਨੂੰ ਕੀਤਾ ਉਹਦਾ ਕੁਝ ਨਹੀਂ। ਤੇ ਲੈ ਇਹ ਜਿਹੜਾ ਜੇ ਮਾਂ ਇਹ ਤੁਹਾਨੂੰ ਦਈ ਉਹਨੂੰ ਦਿੱਤਾ। ਲੈ ਚਲੋ ਠੀਕ ਹੈ, ਮੈਂ ਨਹੀਂ ਗੱਲ ਕਰਦਾ ਤੁਸੀਂ ਉੱਤੇ ਪੈਸੇ ਲਾਏ ਸਨ, ਮੀਡੀਆ 'ਤੇ ਇੰਟਰੋਡਿਊਸ ਕੀਤਾ ਸੀ ਉਹਨੂੰ ਤੁਸੀਂ, ਮੈਂ ਨਹੀਂ ਗੱਲ ਕਰਦਾ ਉਹਦੇ ਇਮਰਾਨ ਖਾਨ ਦੀ ਗੱਲ ਨਹੀਂ ਕਰਦਾ। ਲੇਕਿਨ ਮੈਂ ਤੁਹਾਨੂੰ ਦੱਸਦਾ ਭਾਈ ਜੀ ਮੈਂ ਜਿਹੜਾ ਮੈਨੂੰ ਕਰ ਦਿਓ ਮਾਫ, ਮੈਂ ਬੜਾ ਜਿਹੜਾ ਜੇ ਇਹ ਭਾਈ ਸਾਹਿਬ ਤੁਹਾਡੇ ਕੋਲ ਕਿੰਨੀ ਦਫਾ ਮਾਫੀ, ਮੈਂ ਇੱਕ ਹਰਾਮਦੇ ਦੇ ਹੱਥੇ ਚੜ ਗਿਆ। ਮੁਨਾਫਿਕ ਅਬਦੁੱਲਾ ਬਿਨ ਅਬੀ ਦੇ ਹੱਥੋਂ ਵੀ ਤੇ ਅੱਲਾ ਦੇ ਨਬੀ ਔਰ ਅੱਲਾ ਦੇ ਸਾਰੇ ਤੁਸੀਂ ਅਬਦੁੱਲਾ ਬਿਨ ਅਬੀ ਇਮਰਾਨ ਖਾਨ ਨੂੰ ਕਹਿ ਰਹੇ ਹੋ ਇੰਨਾ ਮੁਨਾਫਿਕ? ਓਏ ਇਹ ਮੁਨਾਫਿਕ ਤੇ ਦਜਾਲੀ ਫਿਤਨਾ ਜੇ ਇਮਰਾਨ ਖਾਨ। ਅਬਦੁੱਲਾ ਬਿਨ ਅਬੀ ਤੇ ਇਹਦਾ ਜਿਹੜਾ ਜੇ ਇਹ ਤੇ ਇਹਦਾ ਜਿਹੜਾ ਪੀਟੀਆਈ ਅਬਦੁੱਲਾ ਬਿਨ ਅਬੀ ਤੇ ਸਿਰਫ ਪੀਟੀਆਈ ਦਾ ਹੈਡ ਹੈ। ਅੱਛਾ ਇਹ ਜਿਸ ਤਰ੍ਹਾਂ ਇਹ ਰਾਜਾ ਫਲਾਨਾ ਤੇ ਫਲਾਨਾ ਤੇ ਫਲਾਨਾ, ਹਾਂਜੀ ਇਹ ਤੇ ਖੁਦ ਤੇ ਦਜਾਲੀ ਫਿਤਨਾ ਜੇ। ਉਹ ਰਾਜਾ ਸਾਹਿਬ ਦੀ ਗੱਲ ਕਰੋ ਜੇ, ਇੱਥੇ ਵੇਖਦੇ ਨੇ ਲੇਕਿਨ ਵੇਖ ਉਹਦੇ ਰਹੇ ਹੁੰਦੇ ਨੇ। ਉਹ ਗੱਲ ਸੁਣਨਾ, ਇਹ ਰਾਜੇ ਅਸੀਂ ਨਾਈਆਂ ਨੂੰ ਕਹਿੰਦੇ ਆ। ਅੱਛਾ ਹਜਾਮ ਹੁੰਦੇ ਨੇ? ਆਹੋ ਉਹ ਰਾਜੇ ਨੂੰ ਬੁਲਾ ਸ਼ੇਵ ਕਰਨੀ ਹੈ। ਅੱਛਾ ਸਲਮਾਨ ਅਕਰਮ ਰਾਜਾ ਉਹ ਵਾਲੇ ਰਾਜਾ ਨੇ? ਉਹ ਬਾਈ ਦੇਖੋ ਗੱਲ ਸੁਣੋ, ਜਿਹੜਾ ਆਪਣੇ ਹਰਾਮ ਦਾ ਬਣਨਾ ਚਾਹੁੰਦਾ ਹੈ, ਹੁਣ ਇੱਦਾਂ ਹੀ ਹੈ ਨਾ। ਦੇਖੋ ਨਾ, ਜਿਹੜਾ ਅੱਲਾ ਦੇ ਦੀਨ ਦਾ ਮਜ਼ਾਕ ਉਡਾਵੇ, ਜਿਹੜਾ ਇੱਕ ਅੱਲਾ ਦੇ ਨਬੀ ਨੂੰ ਜਿਹੜਾ ਬੱਚਿਆਂ ਦੀ ਮੌਜੂਦਗੀ ਦੇ ਵਿੱਚ ਜੇ ਮੈਂ ਕਹਾਂ ਕਿ ਜਾਂ ਮਾਂ ਪਿਓ ਜਿਹੜੇ ਆ ਸਰਵਰੇ ਕਾਇਨਾਤ ਦੇ ਸਾਹਿਬੇ ਰੁਤਬਾ ਨੇ, ਤੇ ਜਾਂ ਇਮਰਾਨ ਖਾਨ ਦੇ, ਜਿਹੜਾ ਸਲਮਾਨ ਅਕਰਮ ਰਾਜਾ ਜਾਂ ਕੋਈ ਹੋਰ ਹਰਾਮ ਦਾ ਇਤਰਾਜ਼ ਹਸਨ ਜਿਹਦੀ ਧੀ ਜਿਹੜੀ ਦੁਨੀਆ 'ਚ ਵਿਆਹੀ ਹੋਈ ਹੈ, ਉਹ ਅਗਰ ਐਸੇ ਹਰਾਮਦੇ ਦੇ ਨਾਲ ਖੜੇ ਹੋਣ ਤੇ ਆਪ ਵੀ ਤੇ ਹਰਾਮਦੇ ਹੀ ਨੇ। ਲੋ ਜੀ ਫਿਰ ਟਵੀਟ ਸੁਣ ਲਓ ਉਹਦਾ, ਫਿਰ ਦੱਸੋ। ਲੋ ਜੀ, ਇਮਰਾਨ ਖਾਨ ਸਾਹਿਬ ਨੇ ਅੱਜ ਤੱਕ ਲੋਕੀ ਰੋਂਦੇ ਰਹੇ ਕਿ ਜੀ ਗਾਜ਼ਾ ਦੇ ਵਿੱਚ ਹੋ ਗਿਆ, ਬੇੜਾ ਗਰਕ ਹੋ ਗਿਆ, ਇੱਕ ਟਵੀਟ ਕਰਦੇ ਆਪਣੇ ਸਸੁਰਾਲ ਦੇ ਖਿਲਾਫ, ਠੀਕ ਹੈ। ਉਹ ਵੀ ਭਾਈ ਬੰਦੇ ਦਾ ਪੁੱਤਰ, ਉਹਨੇ ਵੀ ਕਿਹਾ ਮੈਂ ਨਹੀਂ ਕਰਨੀ, ਦੁਨੀਆ ਦਰਦ ਰੋਜੇ। ਹੁਣ ਇਮਰਾਨ ਖਾਨ ਸਾਹਿਬ ਨੇ ਟਵੀਟ ਕੀਤਾ ਪਰਸੋਂ ਤਰਸੋਂ, ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ, ਟਵੀਟ ਸੁਣਾਉਣਾ ਤੁਹਾਨੂੰ, ਸੁਣੋ ਜ਼ਰਾ। ਇਮਰਾਨ ਖਾਨ ਦੀ ਸਾਸੂ ਮਾਂ ਦੀ ਹੁਣ ਜਹੰਨਮ ਵਾਸਲ ਹੋਈ, ਠੀਕ ਹੈ। ਹੁਣ ਮੈਂ ਜਹੰਨਮ ਵਾਸਲ ਕਿਉਂ ਕਿਹਾ, ਮੈਂ ਤੁਹਾਨੂੰ ਦੀ ਰੀਜ਼ਨ ਦੱਸਣਾ ਕਿ ਉਸ ਔਰਤ ਨੇ ਅੱਜ ਤੱਕ ਫਲਸਤੀਨ ਦੇ ਬੱਚਿਆਂ ਲਈ ਕਦੀ ਆਵਾਜ਼ ਨਹੀਂ ਉਠਾਈ ਸੀ ਤੇ ਵਿੱਚ ਸ਼ਮੂਲੀਅਤ ਸੀ ਉਹਨਾਂ ਦੀ। ਹੁਣ ਖਾਨ ਸਾਹਿਬ ਦਾ ਟਵੀਟ ਸੁਣੋ, ਮੈਂ ਦੀ ਫਿਰ ਪੰਜਾਬੀ ਤੁਹਾਡੇ ਕੋਲ ਪੁੱਛਾਂਗਾ। ਖਾਨ ਸਾਹਿਬ ਕਹਿੰਦੇ ਨੇ, ਆਈ ਐਮ ਡੀਪਲੀ ਸੈਡਨਡ ਟੂ ਹੀਅਰ ਅਬਾਊਟ ਦਾ ਪਾਸਿੰਗ ਆਫ ਲੇਡੀ ਐਨਾਬੈਲ ਗੋਲਡਸਮਿਥ। ਪੰਜਾਬੀ ਕਰਕੇ ਜ਼ਰਾ ਆਡੀਅנס ਨੂੰ ਦੱਸੋ ਸੀ। ਮੈਨੂੰ ਜੋ ਬਹੁਤ ਰੰਜ ਦੁੱਖ ਹੋਇਆ ਜੇ ਕਿ ਲੇਡੀ ਐਜ਼ਾਬੈਲ ਗੋਲਡਸਮਿਥ ਜਿਹੜੀ ਹੈ ਨਾ, ਉਹ ਵਫਾਤ ਪਾ ਗਈ ਨੇ। ਪੰਜਾਬੀ 'ਚ ਕਹਾਂਗਾ ਘੈਂ ਹੋ ਗਈ ਹੈ। ਘੈਂ ਹੋ ਗਈ ਜੇ। ਮਾਈ ਫੈਮਿਲੀ ਸ਼ੇਅਰਡ ਦਿਸ ਹਾਰਟ ਬ੍ਰੇਕਿੰਗ ਨਿਊਜ਼ ਵਿਦ ਮੀ ਟੂਡੇ ਵਾਈਲ ਆਈ ਐਮ ਇਨ ਪ੍ਰਿਜ਼ਨ। ਓਏ ਕਹਿੰਦਾ ਮੇਰਾ ਦਿਲ ਟੁੱਟ ਗਿਆ, ਮੈਨੂੰ ਇਹ ਦਿਲ ਖਰਾਸ਼ ਖਬਰ ਮੇਰੇ ਟੱਬਰ ਨੇ, ਜਿਹੜਾ ਅਬੂ ਜਹਿਲ ਦਾ ਟੱਬਰ ਹੈ, ਮੈਨੂੰ ਹੁਣ ਦੱਸੀ, ਮੈਂ ਜੇਲ੍ਹ 'ਚ ਹਾਂ। ਅੱਗੇ ਜੀ, ਐਨਾਬੈਲ ਵਾਜ਼ ਅ ਵੰਡਰਫੁਲ ਗ੍ਰੈਂਡ ਮਦਰ ਟੂ ਮਾਈ ਸਨਸ। ਹੁਣ ਦੇਖਾ ਮੰਨਿਆ ਕਿ ਨਹੀਂ ਹੈ। ਹੁਣ ਐਜ਼ਾਬੈਲ ਗ੍ਰੈਂਡ ਮਦਰ ਜਿਹੜੀ ਕਿ ਯਹੂਦੀ ਹੈ, ਕਹਿੰਦਾ ਮੇਰੀ ਸੱਸ ਸੀ, ਉਹ ਮੇਰੀ ਸਾਸੂ ਮਾਂ ਸੀ, ਠੀਕ ਹੈ। ਉਹ ਗੱਲ ਸੁਣ, ਇੱਥੇ ਠੀਕ ਨਾ ਕਹੇ, ਉਹ ਵੀ ਭਗੌੜੀ ਸੀ, ਉਹਨੇ ਵੀ ਜਿਹੜਾ ਸੁਸਰ ਸੀ, ਇਹ ਦੋਨੋਂ ਉਹ ਜਿਹੜੇ ਸੀ ਬਗੈਰ ਸ਼ਾਦੀ ਦੇ ਜਮਾਇਮਾ ਪੈਦਾ ਕਰ ਲਈ ਸੀ। 4 ਸਾਲ ਬਾਅਦ ਹੀ ਪਹਿਲੇ ਹੀ ਕੀਤੀ। ਉਹ ਨਫਲ ਪੜ੍ਹਦੇ ਰਹੇ ਉਹਦੇ ਬਾਅਦ। ਉਹ ਹਲਾਲ ਦਿਓ ਤੁਸੀਂ ਜਿਹੜੇ ਹੈ, ਇਹ ਤੁਸੀਂ ਇਸ ਮੀਡੀਆ ਦੇ ਚੱਕਰ ਦੇ ਵਿੱਚ ਤੁਸੀਂ ਅੱਲਾ ਰਸੂਲ ਔਰ ਨਬੀ ਦੀ ਐਸੀ ਤੌਬਾ ਆਪਣਾ ਹਰ ਤਰ੍ਹਾਂ ਤਜ਼ਲੀਲ ਬਰਦਾਸ਼ਤ ਕਰਦੇ ਹੋ, ਜਿਹੜੇ ਉਹਦੀ ਗੱਲ ਕਰੀ ਤਾਂ ਤੁਸੀਂ ਇਹਨਾਂ ਦੇ ਦਫਾ 'ਚ ਆ ਜਾਂਦੇ। ਅੱਗੇ ਆਣਾ, ਅੱਗੇ ਕੀ ਕਹਿੰਦਾ, ਅੱਗੇ ਕਹਿੰਦਾ ਟੂ ਮਾਈ ਸਨਸ ਐਂਡ ਐਨ ਐਕਸੈਪਸ਼ਨਲੀ ਕਾਇੰਡ ਐਂਡ ਕੰਪੈਸ਼ਨੇਟ ਪਰਸਨ। ਹਾਂ, ਕਿੰਨੀ ਕਾਇੰਡ ਸੀ। ਇਹਦੇ ਜੋ 2 ਬੱਚੇ ਜੂ ਸਾਂਭੇ, ਹਲਾਲ ਦੇ ਵੀ ਸਾਂਭੇ, ਦੀ ਵੀ ਕੁੜੀ ਵੀ ਸਾਂਭੀ। ਇੰਨੀ ਕੰਪੈਸ਼ਨੇਟ ਸਨ ਕਿ ਬੱਚੇ ਮੁਸਲਮਾਨਾਂ ਦੇ ਬੱਚੇ ਗਾਜ਼ਾ ਦੇ ਵਿੱਚ ਮਰਵਾਤੇ ਹਨ ਉਹਨਾਂ ਨੇ, ਮਤਲਬ ਉੱਪਰ ਬੁਲਡੋਜ਼ਰ ਚੱਲ ਰਹੇ ਨੇ। ਲੇਕਿਨ ਖਾਨ ਸਾਹਿਬ ਨੇ ਕਿਹਾ ਕਾਇੰਡ ਦਾ ਵਰਡ ਯੂਜ਼ ਕੀਤਾ ਕਿ ਉਹ ਰਹਿਮਦਿਲ ਸੀ। ਕਿੰਨੀ ਰਹਿਮਦਿਲ ਹੈ, ਕਿੰਨੀ ਰਹਿਮਦਿਲ ਹੈ ਕਿ ਉਹਨਾਂ ਨੇ ਮੁਸਲਮਾਨਾਂ ਦੇ ਬੱਚੇ ਗੋਲਡਸਮਿਥ ਫੈਮਿਲੀ ਨੇ ਉਡਵਾਤੇ। ਬਹੁਤ ਰਹਿਮਦਿਲ ਔਰਤ ਹੈ। ਅੱਛਾ ਜੀ, ਫਿਰ ਉਹ ਦੱਸਦੇ ਨੇ ਪੁਰਾਣੀਆਂ ਯਾਦਾਂ। ਡਿਊਰਿੰਗ ਮਾਈ ਵਿਜ਼ਿਟ ਟੂ ਲੰਡਨ, ਇਹਦੀ ਵੀ ਜ਼ਰਾ ਦੱਸ ਦਿਓ।
ਹਾਏ जब मैं लंदन जाता जो लंदन 'ਚ ਤੁਹਾਡੇ ਕੋ ਮੁੱਕੇ ਖਾਏ ਸਨ ਇਹਨੇ ਤੁਸੀਂ ਮੁੱਕੇ ਮਾਰੇ ਜਦੋਂ ਉਹਦੀ ਜਿਹੜੀ ਸਰਜਨ ਜਿਹੜੀ ਐਮਾ ਸਰਜਨ ਜਦੋਂ ਇਹਦੀ ਮਾਲਿਸ਼ ਕਰਦੀ ਸੀ ਟਾਈਟੈਨਿਕ ਵਾਲੀ ਕੱਪੜੇ ਲਾ ਕੇ ਤਸਵੀਰ ਬਣਾਈ ਸੀ ਨੰਗਾ ਹੋ ਕੇ ਅਲਫ ਲੀਲਾ ਨੰਗਾ ਹੋ ਕੇ ਜਦੋਂ ਪੇਂਟਿੰਗ ਬਣਾਉਂਦਾ ਸੀ ਤੇ ਨਵਾਜ਼ ਸ਼ਰੀਫ ਨੂੰ ਇਹ ਵੀ ਕਿਹਾ ਸੀ ਕਿ ਹਮ ਆਪਕੇ लिए काम करना चाहते हैं ਹਾਂ ਉਹੀ ਉਸ ਗੱਲ ਹੈ ਅੱਛਾ ਡਿਊਰਿੰਗ ਮਾਈ ਵਿਜ਼ਿਟ ਟੂ ਲੰਡਨ ਆਈ ਵੁੱਡ ਸਟੇ ਵਿਦ ਹਰ ਅਲੋਂਗ ਵਿਦ ਮਾਈ ਸਨਸ ਹਾਂ ਮੇਰਾ ਜਿਹੜਾ ਜੇ ਅਸੀਂ ਟੱਬਰ ਬਣਾਏ ਨਾਲ ਮੈਂ ਰਹਿੰਦਾ ਸੀ ਤੇ ਮੈਨੂੰ ਯਾਦ ਆਉਂਦੀ ਏ ਮੇਰੀ ਸੱਸ ਵੀ ਅੱਛਾ ਇਹਦੇ ਵਿੱਚ ਜਿਹੜੀ ਮੇਰੀ ਸੱਸ ਸੀ ਉਹ ਵੀ ਮੇਰੇ ਵਾਂਗੂ ਉਹਨੇ ਵੀ ਇਹ ਹਰਾਮ ਦੀ ਜਮੈਮਾ ਜੰਮੀ ਸੀ ਮੈਂ ਹੁਣ ਸੁਣੋ ਮੇਰੀ ਗੱਲ ਇੱਥੇ ਜ਼ਰਾ ਵਜ਼ਨ ਦੇਣ ਵਾਲੀ ਗੱਲ ਹੈ ਤੁਸੀਂ ਮਿਸ ਕਰ ਰਹੇ ਹੋ ਥੋੜਾ ਜਿਹਾ ਹਾਲਾਂਕਿ ਤੁਸੀਂ IAS ਹੀ ਕਮਾਂਡ ਕੀਤੀ ਹੋਈ ਹੈ ਨੇਵੀ ਦੀ ਹੁਣ ਤੁਸੀਂ ਇੱਥੇ ਜ਼ਰਾ ਵਰਡ ਪੜੋ ਜਿਸ ਤਰ੍ਹਾਂ ਤੁਸੀਂ ਇੱਕ ਲੈਟਰ ਲਿਖਿਆ ਸੀ ਨਾ ਰੀਡ ਬਿਟਵੀਨ ਦਾ ਲਾਈਨਸ ਉਹ ਤੇ ਗੱਲ ਨਹੀਂ ਕਰਾਂਗੇ ਲੇਕਿਨ ਸੁਣੋ ਡਿਊਰਿੰਗ ਮਾਈ ਵਿਜ਼ਿਟ ਟੂ ਲੰਡਨ I would stay along with her number 1 ਤੇ ਨਾਲ ਹੀ ਕਹਤਾ with my son ਮੇਰੇ ਬੱਚੇ ਵੀ ਹੁੰਦੇ ਸਨ ਉੱਥੇ 10 ਸਾਲ ਵੱਡੀ ਸੀ ਇਹਨਾਂ ਕੋਲੋਂ ਖਾਨ ਸਾਹਿਬ ਦੇ ਉਮਰ ਸ਼ੁਮਰ ਦਾ ਕੋਲ she became like a mother to me ਤੇ ਨਾਲੇ ਉਹ ਮੇਰੀ ਮਾਂ ਬਣ ਗਈ ਨਾਲੇ ਹੁਣ ਦੱਸਦਾ ਮੇਰੀ ਕੋਈ ਇਹੋ ਜਿਹੀ ਗੱਲ ਨਹੀਂ ਮੇਰੀ ਤਾਂ ਮਾਂ ਹੋ ਗਈ ਸੀ ਸ਼ੌਕਤ ਖਾਨਮ ਬਣ ਗਈ ਨਾਲੇ ਸ਼ੌਕਤ ਖਾਨਮ ਬਣ ਗਈ ਠੀਕ ਹੈ ਜੀ ਮੰਨਦਾ ਕਿ ਨਹੀਂ ਸ਼ੌਕਤ ਖਾਨਮ ਦਾ ਟੱਬਰ ਦਾ ਨਾਲ ਮੰਨ ਲਿਆ ਕਿ ਨਹੀਂ ਬਣ ਗਏ ਅੱਛਾ ਜੀ ਫਿਰ ਉਹ ਕਹਿੰਦੇ ਨੇ ਖਤਮ ਹੋਣ ਵਾਲੀ ਹੈ ਸਪੈਸ਼ਲੀ ਆਫਟਰ ਲੂਜ਼ਿੰਗ ਮਾਈ ਓਨ ਮਦਰ ਇਨ 1985 ਹਾਏ ਸ਼ੌਕਤ ਖਾਨਮ ਜਿਹੜੀ ਇਹਦੀ ਮਾਂ ਸੀ ਜਿਨ੍ਹਾਂ ਦੇ ਜਨਾਜ਼ੇ ਤੇ ਨਹੀਂ ਆਏ ਸਨ ਖਾਨ ਸਾਹਿਬ ਜਨਾਜ਼ੇ ਤੇ ਨਹੀਂ ਆਏ ਸੀ ਔਰ ਜਿਹੜੇ ਕੀ ਕਹਿੰਦੇ ਨੇ ਜੋ ਈਸਾਈ ਕਹਿੰਦੇ ਕਿ ਹਜ਼ਰਤ ਈਸਾ ਸਲੀਬ ਤੇ ਲਟਕਾਏ ਗਏ ਉਹੀ ਮਿਰਜ਼ਾ ਗੁਲਾਮ ਅਹਿਮਦ ਕਹਿੰਦਾ ਕਿ ਲਟਕਾ ਕੇ ਚਲੋ ਇਹਨੂੰ ਤੇ ਛੱਡੋ ਲੇਕਿਨ ਜਿਹੜਾ ਆਪਣੀ ਮਾਂ ਦੇ ਜਨਾਜ਼ੇ ਤੇ ਨਹੀਂ ਆਇਆ ਉਹ ਕਹਿੰਦਾ ਮੈਂ ਲੇਡੀ ਐਨਾਬੈਲ ਦੇ ਜਨਾਜ਼ੇ ਤੇ ਜਾਣਾ ਠੀਕ ਹੈ ਕਿਹਦੇ ਜਨਾਜ਼ੇ ਸੇ ਨਹੀਂ ਗਏ ਹਜ਼ਾਰਾ ਬਰਾਦਰੀ ਮੈਂ ਨਾਲ ਸੀ ਉਦੋਂ ਜੋ ਹਜ਼ਾਰਾ ਬਰਾਦਰੀ ਦੇ ਉਹ ਖੁਦਾ ਦੀ ਕਸਮ ਮੈਂ ਗਿਆ ਉਹਨਾਂ ਦੇ ਮੈਂ ਗਿਆ ਹਜ਼ਾਰਾ ਬਰਾਦਰੀ ਦੇ ਨਾਲ ਅਫਸੋਸ ਕਰਨ ਗਿਆ ਮੈਂ ਅਲਹਮਦੁਲਿਲਾ ਮੈਂ ਅਕਬਰ ਬੁਗਟੀ ਦੇ ਨਾਲ ਅਫਸੋਸ ਕਰਨ ਗਿਆ ਉਹ ਮੈਂ ਜਿਹੜੇ ਬਲੋਚਿਸਤਾਨ ਦੇ ਮੇਰੇ ਭਾਈਓ ਸੁਣ ਲਓ ਉਹ ਮੈਂ ਆਪਣੇ ਬੇਟੀਆਂ ਦੇ ਵਾਸਤੇ ਤੁਹਾਡੇ ਨਾਲ ਖੜਾ ਹੋਇਆ ਲੇਕਿਨ ਇਹ ਦੇਖੋ ਇਹ ਕਿੱਡਾ ਨੌਸਰਬਾਜ਼ ਏ ਇਹ ਜਿਹੜੇ ਪਠਾਨ ਕਹਿੰਦੇ ਨਾ ਕਿ ਅਸੀਂ ਬਨੀ ਇਸਰਾਈਲ ਦੇ ਨਾਲ ਤਾਲੁਕ ਰੱਖਦੇ ਹਾਂ ਉਹ ਜਿਹੜੇ ਬਨੀ ਇਸਮਾਈਲ ਦੇ ਮੁਹੰਮਦ ਨੂੰ ਕਿਸ ਤਰ੍ਹਾਂ ਮੰਨ ਸਕਦੇ ਨੇ ਬਿਲਕੁਲ ਸਹੀ ਗੱਲ ਹੈ ਅੱਛਾ ਟਵੀਟ ਖਤਮ ਹੋਣ ਲੱਗੀ ਇੱਥੇ ਹੁਣ ਤੁਸੀਂ ਖੁਲਾਸਾ ਤੁਹਾਡੇ ਕੋਲ ਲੈਣਾ ਹਰ ਪਾਸਿੰਗ ਇਜ਼ ਅ ਪ੍ਰੋਫਾਊਂਡ ਲਾਸ ਹਾਏ ਇਹਨੂੰ ਗਜ਼ਾ ਦੇ ਬੱਚਿਆਂ ਤੇ ਲਾਸ ਨਹੀਂ ਸਾਡੇ ਜਿਹੜੇ ਬੱਚੇ ਮਰਦੇ ਉਹਦਾ ਲਾਸ ਨਹੀਂ ਠੀਕ ਆ ਉਹ ਵੀ ਕਿਤੇ 100 ਸਾਲ ਦੀ ਹੋ ਕੇ ਗਈ ਹੈ ਠੀਕ ਹੈ 100 ਸਾਲ ਇੰਤਜ਼ਾਰ ਉਹ ਸ਼ੌਕਤ ਖਾਨਮ ਜਿਹੜੀ ਹੈ ਨਾ ਉਹ ਤੋਂ ਵੀ 100 ਸਾਲ ਦੀ ਔਰਤ ਦੇ ਉੱਤੇ ਇਹਨੂੰ ਬੜਾ ਦੁੱਖ ਹੈ ਉੱਥੇ 10-10 ਮਹੀਨੇ ਦੇ 10-10 ਦਿਨਾਂ ਦੇ 100 ਦਿਨਾਂ ਦੇ ਬੱਚੇ ਇਹਨਾਂ ਨੇ ਜਿਹੜੇ ਆਪਣਾ ਜਿਹੜੇ ਆ ਨਾ ਨੌ ਬੌਰਨ ਉਹਨਾਂ ਦੇ ਉੱਪਰ ਬੰਬਾਰੀ ਉਹਨਾਂ ਤੇ ਲਾਸ ਨਹੀਂ ਉਹ ਲਾਸ ਨਹੀਂ ਕੋਈ ਦਿਲ ਨਹੀਂ ਠੀਕ ਹੈ ਜੀ ਫਿਰ ਦੱਸਦੇ ਨੇ ਮਾਈ ਹਾਰਟ ਫੈਲਟ thoughts are with all her children's and grandchildren's ਹਾਂ ਸਾਰੇ ਵਲੀਉੱਲਾ ਨੇ ਨਾ ਸਾਰੇ ਮੱਕੇ ਮਦੀਨੇ ਉਹਨਾਂ ਕਹਾ ਜੀ ਮੇਰਾ ਜਿਹੜਾ ਦਿਲ ਹੈਗਾ ਉਹਨਾਂ ਦੇ ਬੱਚਿਆਂ ਦੇ ਨਾਲ ਤੇ ਉਹਨਾਂ ਦੇ ਗ੍ਰੈਂਡ ਬੱਚਿਆਂ ਨਾਲ ਹੈਗਾ ਠੀਕ ਹੈ ਜਮਾਇਮਾ ਲੋਸਟ ਚਾਈਲਡ ਦੇ ਨਾਲ ਹੈ ਲੋਸਟ ਚਾਈਲਡ ਫੈਮਿਲੀ ਅੱਛਾ she will be dearly missed by all of us ਹਾਂ ਇਹ ਤੇ ਜਿਹੜਾ ਜ਼ਮਾਨ ਪਾਕ ਦੇ ਸਫੇ ਮਾਤਮ ਵਿੱਚ ਗਈ ਹੈ she will ਜਾਓ ਉੱਥੇ ਤਾਜ਼ੀਅਤ ਕਰੋ she will be dearly missed by all of us ਯਾਨੀ ਕਿ ਮੈਂ ਉਸ ਸਹੂਨੀ ਕੁੰਬੇ ਦਾ ਹਿੱਸਾ ਹਾਂ ਰਿਆਸਤ ਮਦੀਨਾ ਦਾ ਸਰਦਾਰ ਕਹਿ ਰਿਹਾ ਜੇ ਸੁਣੋ ਰਿਆਸਤ ਮਦੀਨਾ ਦਾ ਸਰਦਾਰ ਕਹਿ ਰਿਹਾ ਕਿ ਜਮਾਇਮਾ ਗੋਲਡਸਮਿਥ ਤੋਬਾ ਨਊਜ਼ ਬਿਲਲਾ ਜ਼ੈਕ ਗੋਲਡਸਮਿਥ ਸਾਨੂੰ ਸਾਰਿਆਂ ਨੂੰ ਦੁਖੇ ਅਸ ਯਾਨੀ ਕਿ ਅਸੀਂ ਫੈਮਿਲੀ ਆ ਗਏ ਤੇ ਨਹੀਂ ਨਜ਼ਰ ਆਉਂਦੇ ਯਾਨੀ ਕਿ ਬੇਸ਼ਰਮੋ ਇੱਥੇ ਉਹਨੇ ਦੱਸਤਾ ਕਿ ਫੈਮਿਲੀ ਹੈ ਸੜਕਾਂ ਬਣ ਗਈਆਂ ਹਾਂਜੀ ਯਾਨੀ ਕਿ ਉਹਨੇ ਦੱਸਿਆ ਮੈਂ ਉਹਨਾਂ ਦੀ ਫੈਮਿਲੀ ਦਾ ਹਿੱਸਾ ਹੈਗਾ ਅਸ ਕਰਕੇ ਉਹਨੇ ਕਹਾਣੀ ਖਤਮ ਕਰਤੀ ਕਿ ਮੈਂ ਉਹਨਾਂ ਦੀ ਫੈਮਿਲੀ ਦਾ ਹਿੱਸਾ ਅੱਗੇ ਕਹਿੰਦੇ ਨੇ ਇਫ ਆਈ ਵਰ ਨਾਟ ਇਨ ਪ੍ਰਿਜ਼ਨ ਹੁਣ ਜੋਸ਼ ਆ ਇਫ ਆਈ ਐਮ ਨਾਟ ਪਰ ਤੇ ਮੈਂ ਜਾਂਦਾ ਉੱਡ ਕੇ ਜਾਂਦਾ ਉੱਡ ਕੇ ਚਲਾ ਜਾਂਦਾ ਹਾਲਾਂਕਿ ਜਿਹੜਾ ਨਈਮੁਲ ਹਕ ਦੇ ਜਨਾਜ਼ੇ ਤੇ ਨਹੀਂ ਗਿਆ ਅੱਲਾਹ ਯਾਰ ਬੜੇ ਬੜਿਆਂ ਦੇ ਜਨਾਜ਼ੇ ਤੇ ਨਹੀਂ ਗਿਆ ਕਿਸੇ ਦੇ ਜਨਾਜ਼ੇ ਤੇ ਨਹੀਂ ਗਿਆ ਕਿਸੇ ਦੇ ਨਹੀਂ ਗਿਆ ਖਤਮ ਹੋ ਰਹੀ ਟਵੀਟ I would have attended her funeral along with my sons ਕਿ ਮੈਂ ਉਹਦਾ ਜਨਾਜ਼ਾ ਅਟੈਂਡ ਕਰਦਾ ਔਰ ਨਈਮੁਲ ਹਕ ਸਭ ਤੋਂ ਕਲੋਜ਼ੈਸਟ ਫਰੈਂਡ ਯਾਰ ਨਈਮੁਲ ਹਕ ਤੂੰ ਮੈਨੂੰ ਦੱਸਦਾ ਉਹ ਨਈਮੁਲ ਹਕ ਦੀ ਬੁੱਢੀ ਨੇਵੀ ਅਫਸਰ ਦੀ ਬੇਟੀ ਸੀ ਠੀਕ ਹੈ ਤੇ ਮੈਂ ਨੇਵੀ ਦਾ ਨਮਕ ਖਾਧਾ ਹੋਇਆ ਜੇ ਉਹ ਮੈਂ ਨਹੀਂ ਜਾਣਦਾ ਨਈਮੁਲ ਹਕ ਨੂੰ ਉਹ ਗੱਲ ਸੁਣ ਮੇਰੀ ਗੱਲ ਸੁਣ ਤੂੰ ਹੈਗਾ ਇਹ ਜਿਹੜਾ ਨੇ ਇਹ ਨਹੀਂ ਇਸ ਵੇਲੇ ਤੂੰ ਲਾਨਤ ਭੇਜ ਜਿਹੜੇ ਅੱਲਾਹ ਰਸੂਲ ਦਾ ਨਾਮ ਲੈ ਕੇ ਇਹਦੇ ਪਿੱਛੇ ਲੱਗੇ ਹੋਏ ਨੇ ਅੱਲਾਹ ਅਕਬਰ ਤੇ ਹੁਣ ਟਵੀਟ ਖਤਮ ਹੋ ਗਈ ਹੁਣ ਅੱਗੇ ਆਓ
ਹੁਣ ਦੇਖੋ ਦਮ ਹੋ ਰਿਹਾ, ਸ਼ੁਭ ਸ਼ੁਭ ਕਰ ਦੇਣਾ। ਥੱਲੇ ਆਏ ਮੁਸਲਮਾਨ ਦਾ ਮੈਸੇਜ, ਕੋਈ PTI ਦਾ ਹੈਗਾ, ਉਹਨੇ ਲਿਖਿਆ ਇੰਨਾ ਲਿਲਾਹ ਵ ਇੰਨਾ ਇਲੈਹਿ ਰਾਜਿਊਨ। ਵਾਹ ਸੁਭਾਨ ਅੱਲਾਹ। ਓਏ ਸਾਡੇ ਬੱਚੇ ਖਤਮ ਕਰਤੇ ਇਹਨਾਂ ਨੇ ਮੁਸਲਮਾਨ ਬਸਤੀਆਂ ਮਿਟਾ ਓਏ ਦਿੱਤੀਆਂ। ਫਜ਼ਲ ਰਹਿਮਾਨ ਉਹ ਇਬਾਦਤੁਲ ਮੁਸਲਮੀਨ, ਉਹ ਸੁन्नी ਇਤਿਹਾਦ, ਉਹ ਦਾੜੀਓ, ਸੋਚੋ ਜ਼ਰਾ, ਉਹ ਦਾੜੀਓ। ਇਹ ਸਾਡੇ ਕੋਲ ਵੀ ਖੜਾ ਜੇ ਇੱਕ ਦਾੜ ਬੈਠਿਆ ਓਏ ਨਾਲ ਬੈਠਾ ਵੀ ਹੈ ਦਾੜੀਓ। ਸਾਡੇ। ਲੇਕਿਨ ਐਡਮਿਰਲ ਸਾਹਿਬ, ਇਹ ਇਮਰਾਨ ਖਾਨ ਦੀ ਅੰਮੀ ਦੀ ਤਸਵੀਰ ਦੇਖਣਾ, ਇਹ ਯੂਦਨ ਜਿਹੜੀ ਆ ਲੈ ਗਈ ਹੈ ਨਾ, ਇਹ ਇਮਰਾਨ ਖਾਨ ਵਾਂਗਰੀ ਹੈ ਬਿਲਕੁਲ। ਇਹਨੂੰ ਸ਼ੌਕਤ ਖਾਨਮ ਚ ਲਾ ਦਿਓ, ਹਾਂ ਸ਼ੌਕਤ ਖਾਨਮ ਚ ਲਾਓ ਇਹਨੂੰ, ਯਾਨੀ ਕਿ ਇਮਰਾਨ ਦੂਜੀ ਅੰਮੀ। ਯਾਨੀ ਕਿ ਫਿਰ ਤੁਸੀਂ ਆਵਾਮ ਨੂੰ ਕਹੋ ਕਿ ਰਿਕੁਐਸਟ ਕਰ ਦਿਓ ਕਿ ਲੇਡੀ ਐਨਾਬੈਲ ਦੀ ਤਸਵੀਰ ਇਮਰਾਨ ਖਾਨ ਨੇ ਜਿਨ੍ਹਾਂ ਨੂੰ ਆਪਣੀ ਅੰਮੀ ਬੋਲਿਆ, ਇਹਨਾਂ ਦੀ ਤਸਵੀਰ ਸ਼ੌਕਤ ਖਾਨ ਦੇ ਬਾਹਰ ਟੰਗੋ ਬਿਲਕੁਲ ਕਿ ਉਹਨਾਂ ਦੀ ਦੂਜੀ ਅੰਮੀ ਹੈ। ਹਾਂ ਬਿਲਕੁਲ ਠੀਕ ਹੈ, ਇਹਨੂੰ ਟੰਗ ਦਿੰਦੇ ਆ ਫਿਰ। ਗੱਲ ਬਿਲਕੁਲ। ਟੰਗ ਤੇ ਦਿੱਤਾ, ਹੁਣ ਅੱਲਾ ਨੇ ਟੰਗਿਆ ਹੋਣਾ, ਲੇਕਿਨ ਟੰਗਿਆ ਤੇ ਅੱਲਾ ਨੇ ਵੀ ਹੋਣਾ। ਅਸਲ 'ਚ ਪਤਾ ਕੀ ਹੈ, ਇਹ ਜਿਹੜੇ ਨਾ ਇਹ ਪੰਜਾਬੀ, ਇਹ ਦਿਲ ਦਰਿਆ ਸਮੁੰਦਰੋਂ ਡੂੰਘਾ ਕੌਣ ਦਿਲਾਂ ਦੀਆਂ ਜਾਣੇ ਹੂ, ਇਹ ਦਰਿਆ ਦਿਲ ਐਸੇ ਹੁੰਦੇ ਨੇ ਕਿ ਆਪਣੀ ਦਰਿਆ ਦੇ 'ਚ ਆਪਣਾ ਈਮਾਨ ਜਿਹੜਾ ਜੇ ਉਸ ਨੂੰ ਖਤਮ ਕਰ ਦਿੰਦੇ ਨੇ। ਉਹ ਇਹੋ ਜਿਹੇ ਮੁਨਾਫਕਾਂ ਨੂੰ ਇਹ ਆਪਣਾ ਬਾਪ ਮੰਨਦੀਆਂ ਸਾਡੀਆਂ ਬੁੱਢੀਆਂ। ਉਹ ਕਹਿੰਦੀ ਹੈ ਕਿ ਉਹ ਯਾਨੀ ਮੈਂ ਲਫ਼ਜ਼ ਨਹੀਂ ਰਿਪੀਟ ਕਰ ਸਕਦਾ। ਇਹ ਜਿਹੜੇ ਨਾ ਬੇਟੇ ਗੱਲ ਇਹ ਹੈ, ਦੇਖੋ ਐਵੇਂ ਨਹੀਂ ਗੱਲ ਕਰਦਾ ਦੁਸ਼ਮਣੀ ਬਈ, ਅਗਰ ਜਾਂ ਤਾਂ ਆਪਣੇ ਮੁਲਕ ਦਾ ਨਾਂ ਜਿਹੜਾ ਬਦਲ ਲਾਓ, ਠੀਕ ਗੱਲ ਹੈ, ਤੁਸੀਂ ਇਹਨੂੰ ਬਣਾ ਲਓ ਸੈਕੂਲਰ, ਤੇ ਫਿਰ ਜੋ ਮਰਜ਼ੀ ਕਰੋ, ਜਾਂ ਫਿਰ ਇਹ ਹੈ ਤੇ ਫਿਰ ਅੱਲਾ, ਤੂੰ ਮੈਨੂੰ ਦੱਸ ਕੇ ਅੱਲਾ ਨੇ ਰਿਆਸਤ ਮਦੀਨਾ ਜਿਹੜੀ ਬਣਵਾਈ ਸੀ ਸਰਵਰੇ ਕਾਇਨਾਤ ਕੋਲੋਂ, ਉਹਦਾ ਆਇਨ ਕੀ ਸੀ? ਕੁਰਾਨ ਮਜੀਦ। ਤੇ ਹੁਣ ਇਹ ਵਕੀਲਾਂ ਨੇ ਕੁਰਾਨ ਨੂੰ ਕਿੱਥੇ ਥੱਲੇ ਰੱਖਿਆ ਹੈ? ਗੋਰਾਂ ਦੇ ਕਾਨੂੰਨ ਤੇ। ਠੀਕ ਹੈ, ਤੇ ਸਭ ਨਾਲੋਂ ਵੱਡੇ ਤੇ ਹਰਾਮ ਦੀ ਸਾਡੀ ਅਜ਼ਲੀ ਆ ਜੇ। ਠੀਕ ਹੈ, ਕਿਉਂ ਨਹੀਂ ਬਿੱਲੋ ਠੀਕ ਏ ਪੱਥਰ ਤੇ ਲੀਕੇ, ਅੱਜ ਮੇਰੇ ਮਾਹੀ ਦੇ ਆਣੇ ਦੀ ਅੜੀਕੇ, ਕਿਉਂ ਨਹੀਂ ਬਿੱਲੋ ਠੀਕ ਏ ਪੱਥਰ ਤੇ ਲੀਕੇ। ਅਹਿਮਦ ਸਾਹਿਬ, ਅੱਜ ਤੇ ਫਿਰ ਪੰਜਾਬੀ ਦੇ ਦੋ ਹੱਥ ਤੁਸੀਂ ਕੀਤੇ ਨੇ, ਲੇਕਿਨ ਮੈਂ ਚਾਹਾਂਗਾ ਕਿ ਪੂਰੀ ਕਨਵਰਸੇਸ਼ਨ ਅੱਜ ਤੱਕ ਅਸੀਂ ਜਿੰਨੀ ਵੀ ਕੀਤੀ ਹੈ ਨਾ, ਉਹ ਸਾਰੀ ਪੰਜਾਬੀ 'ਚ ਵੀ ਰਿਪੀਟ ਕਰ ਦਈਏ। ਤੇ ਪ੍ਰੋਗਰਾਮ ਦੇ ਇਖਤਤਾਮ ਦੇ ਵਿੱਚ ਉਹ ਗੱਲ ਸੁਣ, ਪ੍ਰੋਗਰਾਮ ਦੇ ਇਖਤਤਾਮ ਤੇ ਤੋਂ ਪਹਿਲਾਂ ਮੈਂ ਕਹਿ ਦੇਵਾਂ ਕਿ ਮੇਰੇ ਨਾਲ ਜਿਹੜਾ ਪੰਜਾਬੀ 'ਚ ਗੱਲ ਕਰੇਗਾ ਨਾ, ਮੇਰਾ ਪ੍ਰੋਬਲਮ ਇਹ ਹੈ, ਮੇਰਾ ਮਸਲਾ ਹੈ ਜੇ ਕਿ ਮੂੰਹ ਆਈ ਬਾਤ ਨਾ ਰਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ, ਝੂਠ ਆਖਿਆਂ ਤੇ ਕੁਛ ਬਚਦਾ ਏ, ਸੱਚ ਆਖਿਆਂ ਭਾਂਬੜ ਮਚਦਾ ਜੇ, ਤੇ ਦਿਲ ਦੋਵਾਂ ਗੱਲਾਂ ਤੋਂ ਜੱਚਦਾ ਏ, ਜੱਚ ਕੇ ਜੀਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਠੀਕ ਹੈ ਐਡਮਿਨ ਸਾਹਿਬ, ਫਿਰ ਅਸੀਂ ਅਗਲੇ ਪ੍ਰੋਗਰਾਮ 'ਚ ਥੋੜ੍ਹਾ ਜਿਹਾ ਗੱਲ ਕਰਾਂਗੇ ਥੋੜ੍ਹਾ ਜਿਹਾ, ਲੇਕਿਨ ਆਡੀਅנס ਨੂੰ ਅਸੀਂ ਪੁੱਛਣਾ ਚਾਹਾਂਗੇ ਕਿ ਜੇ ਤੁਹਾਨੂੰ ਕੋਈ ਪੰਜਾਬੀ ਦੇ ਵਿੱਚ ਗੱਲ ਸਮਝ ਆਈ ਹੈ ਤਾਂ ਮੇਰੇ ਖਿਆਲ ਨਾਲ ਰੈਗੂਲਰ ਕਰਾਂਗੇ ਪੰਜਾਬੀ ਦੇ ਵਿੱਚ ਗੱਲ। ਇਹ ਜਿਹੜੇ ਨਾ ਪੰਜਾਬੀ, ਉਹ ਜੇ ਤੁਸੀਂ ਇਹ ਪੰਜਾਂ ਪਾਣੀਆਂ ਦਾ ਜਿਹੜਾ ਅੱਲਾ ਨੇ ਤੁਹਾਨੂੰ ਦਿੱਤੇ ਸੀ ਪੰਜ, ਅੱਛਾ ਚਲੋ ਸਾਰੀ ਗੱਲ ਛੱਡੋ, ਇਹ ਪੰਜ ਆਬ ਸਮਝਾ ਦਿਓ ਜ਼ਰਾ। ਇਹ ਪੰਜਾਬ ਦਾ ਨਾਂ ਹੀ ਪੰਜ ਆਬ ਹੈ। ਉਹ ਦਰਿਆ ਨੂੰ ਗੰਗਾ ਮਾਤਾ ਤੇ ਜਮਨਾ ਮਾਤਾ ਹਿੰਦੂ ਕਹਿੰਦੇ ਮਾਂ ਹੁੰਦੀ ਨਾ, ਮਾਂ ਕਿਉਂ ਹੁੰਦੀ ਆ? ਪਿਛਲੇ ਪਾਣੀ ਦੇ ਬਗੈਰ ਬੰਦਾ ਰਹਿ ਨਹੀਂ ਸਕਦਾ, ਜ਼ਮੀਨ ਨਹੀਂ ਚਲਦੀ। ਇਹ ਮੱਛੀਆਂ ਡੱਡੂ ਪਾਣੀ 'ਚ ਹੁੰਦੇ ਨੇ, ਚਰਿੰਦ ਪਰਿੰਦ, ਹਰੇ ਬੂਟੇ, ਫਸਲਾਂ। ਤੇ ਸਾਡੇ ਪੰਜ ਦਰਿਆ ਪੰਜਾਬ 'ਚ ਕੀ ਸੀ? ਇਹ ਸੀ, ਸ਼ੁਰੂ ਹੁੰਦਾ ਸੀ ਜੇਹਲਮ, ਚਨਾਬ, ਰਾਵੀ, ਬਿਆਸ, ਸਤਲੁਜ। ਇਹਨਾਂ ਤਿੰਨ ਦਿੱਤੇ ਉਹ ਹਰਾਮ ਦੇ ਨੇ। ਉਹਦੇ ਪਹਿਲੇ ਪਠਾਨ ਨੇ, ਉਹਦਾ ਪਠਾਨ ਦਾ ਅੱਬਾ ਸੀ, ਉਹ ਕੌਣ ਸੀ? ਗੱਦਾਰੇ ਦੀਨ, ਗੱਦਾਰੇ ਵਤਨ, ਮੀਰਦਾਦ, ਰਸਾਲਦਾਰ ਮੇਜਰ, 9 ਹਡਸਨ ਹਾਰਸ ਰੈਜੀਮੈਂਟ ਸੀ। ਯਾਨੀ ਕਿ ਉਹ ਲੜੀ, ਬਾਅਦ ਦੇ ਵਿੱਚ ਉਹਨੇ ਜੁਆਇਨ ਕੀਤਾ, ਪਰ ਜਦੋਂ ਲੜੀ 1857 'ਚ, ਉਹਦੀ ਰੈਪੂਟੇਸ਼ਨ ਕੀ ਸੀ ਕਿ ਉਹਨੇ ਕਲਮਾ ਗੋ ਬਹਾਦਰ ਸ਼ਾਹ ਨੂੰ, ਜਿਹੜਾ ਹਮਾਯੂੰ ਦੇ ਮਕਬਰੇ ਵਿੱਚ ਲੁਕਿਆ ਹੋਇਆ ਸੀ, ਉੱਥੋਂ ਧੌਣੋਂ ਫੜ ਕੇ ਕੱਢ ਕੇ, ਤੇ ਚੂੰਕਿ ਦਿੱਲੀ ਦਾ ਸੀ ਨਾ, ਤੇ ਉਹਨੂੰ ਨਿਹਾਰੀ ਵਾਸਤੇ ਕੀ ਸਿਰ ਪੇਸ਼ ਕੀਤਾ ਸੀ? ਇੱਕ ਉਹਦਾ ਪੁੱਤਰ ਦਾ ਸਿਰ ਤੇ 2 ਪੋਤਿਆਂ ਦੇ ਸਿਰ। ਤੇ ਉਹਦੇ ਪੁੱਤਰ ਨੂੰ ਅਸੀਂ 16 ਸਾਲ ਪਾਕਿਸਤਾਨ ਦਾ ਸਰਬਰਾਹ ਬਣਾ ਛੱਡਿਆ। ਕਰਜ਼ ਨਹੀਂ ਲੈਣਾ ਸੀ, ਤੇ ਉਹਦੇ ਬਾਅਦ ਕੌਣ ਆਉਂਦਾ? ਇੱਕ ਹੋਰ ਖਾਨ, ਯਹੀਆ ਖਾਨ, ਉਹ ਜਿਹੜੀ ਰਾਣੀ ਹੈ, ਉਧਰ ਸ਼ਾਹ ਫਿਲਹਾਲ ਜਾ ਰਿਹਾ, ਇੰਤਜ਼ਾਰ ਕਰ ਰਿਹਾ। ਉਧਰ ਉਹ ਕਮਰੇ ਦੇ ਵਿੱਚ ਉਹ ਕਿਸੇ ਆਪਣੀ ਰਾਣੀ ਦੇ ਉੱਪਰ ਪਿਆ ਹੋਇਆ, ਉਹ ਨਿਕਲਦਾ ਹੀ ਨਹੀਂ, ਕੁੰਡੀ ਲਾ ਕੇ ਬੈਠਾ ਹੋਇਆ ਜੇ। ਤੇ ਕਿਸੇ ਨੂੰ ਭੇਜਿਆ ਉਹਦੀ ਹੋਰ ਰਾਣੀ ਨੂੰ, ਕੋਹੇ ਜਾ ਕੇ ਚੁੱਕ ਕੇ ਲਿਆ ਤੇ ਉਹਨੂੰ ਖੁਦਾ ਹਾਫਿਜ਼ ਕਿਹਾ। ਇਹ ਦੇਖੋ, ਇਹ ਪੰਜਾਬੀਆਂ ਦੀ ਮਾਸ਼ਾਅੱਲਾ, ਇਹ ਐਡੇ ਆਸ਼ਿਕ ਨੇ ਖਾਨਾਂ ਦੇ। ਠੀਕ ਹੈ, ਹਾਲਾਂਕਿ ਦੇਖਿਆ ਜਾ ਪੰਜਾਬੀ 15 ਕਰੋੜ ਹੈਗੇ ਨੇ ਪਾਕਿਸਤਾਨ। ਉਹ ਯਾਰ ਰਣਜੀਤ ਸਿੰਘ ਗੁੱਜਰਾਂ ਵਾਲੇ ਤੁਸੀਂ ਨਾ, ਜਿਹੜੇ ਭਲਵਾਨ ਬੜੇ, ਗੁੱਜਰਾਂ ਵਾਲਾ
ਪਰ ਇੱਥੇ ਸਾਰੇ ਹਨ ਕਸ਼ਮੀਰੀ। ਠੀਕ ਹੈ, ਤੇ ਮੈਂ ਹੁਣ ਉਹ ਵੀ ਕਹਿ ਦੇਵਾਂ, ਕਹਿ ਦਿਓ ਮੈਂ ਮੂੰਹ ਆਈ ਬਾਤ ਨਾ ਰਹਿੰਦੀ ਹੈ। ਰਹਿੰਦੀ ਆ। ਸ਼ੇਖ ਸਾਦੀ ਨੇ ਕਿਹਾ ਸੀ ਕਿ ਬਜ਼ਾਤ ਕੌਮਾਂ ਚੋਂ ਅਵਲ ਅਫਗਾਨ, ਠੀਕ ਦੋਮ ਕੰਬੋ ਤੇ सोम बजात कश्मीरी। अल्लाह रखा। नहीं जी, बहुत शुक्रिया जी। अपना जितने भी सवाल हो ज़रूर कमेंट कीजिएगा। अल्लाह हाफ़िज़।